ਹੈਲੋ ਦੋਸਤੋ, ਲਰਨ ਡੇਲੀ ਤੇ ਤੁਹਾਡਾ ਸਵਾਗਤ ਹੈ। ਤਾਂ ਅਗਰ ਤੁਸੀਂ ਪੰਜਾਬ ਦੇ ਜਾਂ ਫਿਰ ਸੈਂਟਰ ਲੈਵਲ ਦੇ ਕਿਸੇ ਪੇਪਰ ਦੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਲਰਨ ਡੇਲੀ ਦੇ ਨਾਲ ਜੀਕੇ ਜੀਐਸ ਦੀਆਂ ਕਲਾਸਿਸ ਦੇ ਲਈ ਜੁੜ ਸਕਦੇ ਹੋ। ਤਾਂ ਅਗਰ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਔਰ ਵੀਡੀਓ ਨੂੰ ਕਰ ਦੇਣਾ ਲਾਈਕ ਔਰ ਸ਼ੇਅਰ, ਤਾਂ ਕਿ ਤੁਹਾਡੇ ਹੋਰ ਦੋਸਤਾਂ ਮਿੱਤਰਾਂ ਤੱਕ ਵੀ ਇਹ ਵੀਡੀਓ ਪਹੁੰਚ ਸਕੇ। ਔਰ ਬੈਲ ਆਈਕਨ ਵਾਲੀ ਘੰਟੀ ਨੂੰ ਦਬਾਉਣਾ ਨਾ ਭੁੱਲਿਓ, ਤਾਂ ਇਸ ਨੂੰ ਜ਼ਰੂਰ ਦਬਾ ਲੈਣਾ, ਤਾਂ ਕਿ ਆਉਂਦੀ ਜਾਂਦੀ ਹੋਈ ਵੀਡੀਓਜ਼ ਦੀ ਨੋਟੀਫਿਕੇਸ਼ਨ ਜੋ ਹੈ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ। ਤਾਂ ਕਰਦੇ ਹਾਂ ਅੱਜ ਦੀ ਕਲਾਸ ਦੀ ਸ਼ੁਰੂਆਤ। ਔਰ ਅੱਜ ਦੀ ਕਲਾਸ ਦੇ ਵਿੱਚ ਆਪਾਂ ਕੀ ਕਰਨ ਜਾ ਰਹੇ ਹਾਂ, ਉਹ ਮੋਸਟ ਇੰਪੋਰਟੈਂਟ ਔਰ ਮੋਸਟ ਰਿਪੀਟਡ ਆਰਟੀਕਲਸ ਜਿਨ੍ਹਾਂ ਦੇ ਪੇਪਰ ਦੇ ਵਿੱਚ ਆਉਣ ਦੇ ਬਹੁਤ ਹੀ ਜ਼ਿਆਦਾ ਚਾਂਸਿਸ ਹੁੰਦੇ ਹਨ, ਅਤੇ ਉਹ ਸਾਰੇ ਆਰਟੀਕਲਸ ਆਪਾਂ ਕਰਾਂਗੇ ਅੱਜ ਰਿਕਵਰ। ਉਹਨਾਂ ਨੂੰ ਅੱਜ ਰਿਕਵਰ ਕਰਾਂਗੇ ਤਾਂ ਕਿ ਤੁਹਾਡਾ ਆਰਟੀਕਲ ਦੇ ਵਿੱਚੋਂ ਜੋ ਨੰਬਰ ਹੈ, ਜਿੰਨੇ ਵੀ ਬਣਦੇ ਹਨ, ਜਿੰਨੇ ਨੰਬਰ ਦੇ ਆਰਟੀਕਲਸ ਆਉਂਦੇ ਹਨ, ਉਹ ਨੰਬਰ ਪੱਕੇ ਹੋ ਸਕਣ। ਤਾਂ ਕਰਦੇ ਹਾਂ ਕਲਾਸ ਦੀ ਸ਼ੁਰੂਆਤ ਪਹਿਲੇ ਪਾਰਟ ਦੇ ਨਾਲ ਔਰ ਪਹਿਲੇ ਆਰਟੀਕਲ ਦੇ ਨਾਲ। ਤਾਂ ਪਹਿਲਾ ਪਾਰਟ ਆਪਣੇ ਕੋਲ ਆ ਜਾਂਦਾ ਹੈ। ਪਹਿਲਾ ਪਾਰਟ ਆਪਣੇ ਕੋਲ ਹੈ ਯੂਨੀਅਨ ਐਂਡ ਇਟਸ ਟੈਰੀਟਰੀਜ਼। ਤਾਂ ਯੂਨੀਅਨ ਐਂਡ ਇਟਸ ਟੈਰੀਟਰੀਜ਼ ਜਿਹੜੀਆਂ ਨੇ, ਇਹਦੇ ਵਿੱਚ ਜਿਹੜੇ ਹੁੰਦੇ ਨੇ ਆਪਣੇ ਕੋਲ ਆਰਟੀਕਲ ਜਿਹੜੇ ਆਉਂਦੇ ਨੇ, ਉਹ ਆਪਣੇ ਕੋਲ ਆ ਜਾਂਦੇ ਨੇ 1 ਤੋਂ 4 ਨੰਬਰ ਆਰਟੀਕਲ। ਠੀਕ ਹੈ, ਪਹਿਲੇ ਪਾਰਟ ਦੇ ਅੰਦਰ ਆਪਣੇ ਕੋਲ 1 ਤੋਂ 4 ਨੰਬਰ ਆਰਟੀਕਲ ਆਉਂਦਾ ਹੈ, ਜਿਹਦੇ ਵਿੱਚੋਂ ਆਪਾਂ ਫਸਟ, ਸੈਕਿੰਡ ਐਂਡ ਥਰਡ ਕਰਾਂਗੇ ਜਿਹੜੇ ਇੰਪੋਰਟੈਂਟ ਨੇ। ਠੀਕ ਹੈ, ਤਾਂ ਆਰਟੀਕਲ ਨੰਬਰ ਫਸਟ ਹੈ ਆਪਣੇ ਕੋਲ। ਤਾਂ ਆਰਟੀਕਲ ਨੰਬਰ ਫਸਟ ਦੇ ਵਿੱਚ ਕੀ ਆਪਣੇ ਕੋਲ, ਇੰਡੀਆ ਸ਼ੈਲ ਬੀ ਯੂਨੀਅਨ ਆਫ ਸਟੇਟਸ। ਇੰਡੀਆ ਸ਼ੈਲ ਬੀ ਯੂਨੀਅਨ ਆਫ ਸਟੇਟਸ, ਕਿ ਭਾਰਤ ਰਾਜਾਂ ਦਾ ਇੱਕ ਸੰਘ ਹੈ। ਭਾਰਤ ਰਾਜਾਂ ਦਾ ਇੱਕ ਸੰਘ ਹੈ। ਠੀਕ ਹੈ, ਤਾਂ ਉਸ ਤੋਂ ਬਾਅਦ ਆਪਣੇ ਕੋਲ ਆਉਂਦਾ ਆਰਟੀਕਲ ਨੰਬਰ 2। ਆਰਟੀਕਲ ਨੰਬਰ 2 ਕੀ ਕਹਿੰਦਾ, ਐਸਟੈਬਲਿਸ਼ਮੈਂਟ ਆਫ ਅ ਨਿਊ ਸਟੇਟ। ਇਹਦਾ ਮਤਲਬ ਕੀ ਹੁੰਦਾ, ਐਸਟੈਬਲਿਸ਼ਮੈਂਟ ਆਫ ਅ ਨਿਊ ਸਟੇਟ ਮਤਲਬ ਅਗਰ ਭਾਰਤ ਕਿਸੇ ਵੀ ਹੋਰ ਦੇਸ਼ 'ਤੇ, ਠੀਕ ਹੈ, ਜਾਂ ਫਿਰ ਉਹਦੇ ਕਿਸੇ ਰਾਜ 'ਤੇ, ਕਿਸੇ ਹੋਰ ਦੇਸ਼ ਦੇ ਕਿਸੇ ਛੋਟੇ ਜਿਹੇ ਰਾਜ 'ਤੇ ਕੀ ਕਰਦਾ ਹੈ, ਕਬਜ਼ਾ ਕਰ ਲੈਂਦਾ ਹੈ, ਤਾਂ ਉਸ ਰਾਜ ਨੂੰ ਕੀ ਹੈ, ਆਪਣੇ ਅੰਦਰ ਮਿਲਾ ਸਕਦਾ ਹੈ। ਇਹ ਲਿਖਿਆ ਗਿਆ ਹੈ ਆਪਣੇ ਕੋਲ ਆਰਟੀਕਲ ਨੰਬਰ 2 ਦੇ ਅੰਦਰ। ਉਸ ਤੋਂ ਬਾਅਦ ਆਪਣੇ ਕੋਲ ਆਉਂਦਾ ਜੀ ਆਰਟੀਕਲ ਨੰਬਰ 3। ਤਾਂ ਆਰਟੀਕਲ ਨੰਬਰ 3 ਦੇ ਵਿੱਚ ਲਿਖਿਆ ਹੋਇਆ ਆਪਣੇ ਕੋਲ, ਫਾਰਮੇਸ਼ਨ ਆਫ ਨਿਊ ਸਟੇਟਸ ਐਂਡ ਅਲਟਰਨੇਸ਼ਨ ਆਫ ਏਰੀਆਜ਼, ਬਾਉਂਡਰੀਜ਼ ਐਂਡ ਨੇਮ ਆਫ ਐਗਜ਼ਿਸਟਿੰਗ ਸਟੇਟਸ। ਤਾਂ ਇਹਦੇ ਵਿੱਚ ਕੀ ਲਿਖਿਆ ਹੋਇਆ, ਇਹਦੇ ਵਿੱਚ ਲਿਖਿਆ ਹੈ ਜਿਹੜੀਆਂ ਆਲਰੇਡੀ ਆਪਣੇ ਭਾਰਤ ਦੇ ਵਿੱਚ, ਆਪਣੇ ਇੰਡੀਆ ਦੇ ਵਿੱਚ ਜਿਹੜੀਆਂ ਸਟੇਟਸ ਨੇ, ਠੀਕ ਹੈ, ਜਿਹੜੀਆਂ ਸਟੇਟਸ ਨੇ ਉਹਨਾਂ ਦੀ ਬਾਉਂਡਰੀ ਨੂੰ ਛੋਟੀ ਵੱਡੀ ਕਰਨਾ, ਜਾਂ ਫਿਰ ਉਹਨਾਂ ਦੇ ਨਾਮ ਨੂੰ ਚੇਂਜ ਕਰਨਾ। ਠੀਕ ਹੈ, ਤਾਂ ਇਹ ਸਭ ਕੀ ਹੈ, ਇਹ ਸਭ ਆਪਾਂ ਕੀ ਕਰ ਸਕਦੇ ਹਾਂ, ਆਰਟੀਕਲ ਨੰਬਰ 3 ਦੇ ਵਿੱਚ ਲਿਖਿਆ ਹੋਇਆ ਕਿ ਉਹਨਾਂ ਸਟੇਟਸ ਦੀ ਬਾਉਂਡਰੀ ਨੂੰ ਛੋਟੀ ਵੱਡੀ ਕਰਿਆ ਜਾ ਸਕਦਾ, ਵੰਡਿਆ ਜਾ ਸਕਦਾ। ਠੀਕ ਹੈ, ਤਾਂ ਉਹਨਾਂ ਦੇ ਨਾਮ ਚੇਂਜ ਕੀਤੇ ਜਾ ਸਕਦੇ ਹਨ। ਠੀਕ ਹੈ, ਬਟ ਕੌਣ ਕਰੂਗਾ, ਸਿਰਫ ਪਾਰਲੀਮੈਂਟ ਕਰੂਗੀ। ਕੌਣ ਕਰੂਗੀ, ਸਿਰਫ ਪਾਰਲੀਮੈਂਟ ਕਰੂਗੀ। ਇਹ ਚੀਜ਼ ਸਿਰਫ ਪਾਰਲੀਮੈਂਟ ਚੇਂਜਿੰਗ ਕਰ ਸਕਦੀ ਹੈ, ਕਿ ਕਿਸੇ ਵੀ ਸਟੇਟ ਦੀ ਬਾਉਂਡਰੀ ਨੂੰ ਵੱਡੀ ਛੋਟੀ ਕਰ ਸਕਦੀ ਹੈ, ਔਰ ਕਿਸੇ ਵੀ ਸਟੇਟ ਦਾ ਨਾਮ ਜੋ ਹੈ ਉਹ ਬਦਲ ਸਕਦੀ ਹੈ, ਕਿਸੇ ਵੀ ਡਿਸਟ੍ਰਿਕਟ ਦਾ ਨਾਮ ਬਦਲ ਸਕਦੀ ਹੈ, ਕਿਸੇ ਵੀ ਸ਼ਹਿਰ ਦਾ ਨਾਮ ਬਦਲ ਸਕਦੀ ਹੈ। ਉਹ ਆਰਟੀਕਲ ਨੰਬਰ 3 ਦੇ ਵਿੱਚ ਲਿਖਿਆ ਹੋਇਆ, ਬਟ ਕੌਣ ਕਰੇਗਾ, ਸਿਰਫ ਪਾਰਲੀਮੈਂਟ ਕਰੇਗੀ। ਤਾਂ ਚੱਲਦੇ ਹਾਂ ਨੈਕਸਟ ਸਲਾਈਡ 'ਤੇ। ਇਸ ਦੇ ਵਿੱਚ ਆਪਣੇ ਕੋਲ ਆਉਂਦਾ ਜੀ ਪਾਰਟ ਨੰਬਰ 2। ਤਾਂ ਪਾਰਟ ਨੰਬਰ 2 ਜੋ ਹੈ, ਇਸ ਦੇ ਵਿੱਚ ਆਪਣੇ ਕੋਲ ਦਿੱਤੀ ਹੋਈ ਹੈ ਸਿਟੀਜ਼ਨਸ਼ਿਪ। ਇਸ ਦੇ ਵਿੱਚ ਆਪਣੇ ਕੋਲ ਹੈ ਸਿਟੀਜ਼ਨਸ਼ਿਪ। ਤਾਂ ਸਿਟੀਜ਼ਨਸ਼ਿਪ ਜਿਹੜੀ ਹੈ, ਇਹਦੇ ਵਿੱਚ ਆਪਣੇ ਕੋਲ ਆਰਟੀਕਲਸ ਆ ਜਾਂਦੇ ਨੇ ਜਿਹੜੇ ਆਪਣੇ ਕੋਲ, ਉਹ ਆ ਜਾਂਦੇ ਨੇ ਜੀ 5 ਤੋਂ 11। ਸਿਟੀਜ਼ਨਸ਼ਿਪ ਦੇ ਵਿੱਚ ਆਪਣੇ ਕੋਲ ਆਰਟੀਕਲ ਦੇਖਣ ਨੂੰ ਮਿਲਦੇ ਨੇ 5 ਤੋਂ 11। ਤਾਂ ਆਪਾਂ ਉਹਨਾਂ ਆਰਟੀਕਲਸ ਦੀ ਗੱਲ ਕਰਾਂਗੇ ਜਿਹੜੇ ਆਪਣੇ ਲਈ ਇੰਪੋਰਟੈਂਟ ਨੇ। ਤਾਂ ਆਰਟੀਕਲ ਨੰਬਰ 5 ਫਸਟ ਤੋਂ ਸ਼ੁਰੂ ਹੁੰਦਾ, ਜਿੱਥੋਂ ਆਰਟੀਕਲ ਨੰਬਰ 5 ਤੋਂ 11 ਤੱਕ। ਅਤੇ 5 ਨੰਬਰ ਆਰਟੀਕਲ ਦੇ ਵਿੱਚ ਕੀ ਲਿਖਿਆ ਗਿਆ ਹੈ, ਸਿਟੀਜ਼ਨਸ਼ਿਪ ਐਟ ਦੀ ਕਮੈਂਸਮੈਂਟ ਆਫ ਦੀ ਕੌਨਸਟੀਟਿਊਸ਼ਨ। ਮਤਲਬ ਕਿ ਆਰਟੀਕਲ ਨੰਬਰ 5 ਦੇ ਵਿੱਚ ਉਹ ਕੰਡੀਸ਼ਨਸ ਲਿਖੀਆਂ ਹੁੰਦੀਆਂ ਨੇ, ਜਿਨ੍ਹਾਂ ਦੇ ਰਾਹੀਂ ਮਤਲਬ ਕਿ ਸਿਟੀਜ਼ਨਸ਼ਿਪ ਜਿਹੜੀ ਕੀ ਹੁੰਦੀ ਹੈ, ਸਿਟੀਜ਼ਨਸ਼ਿਪ ਲੈਣੀ ਅਗਰ ਕਿਸੇ ਦੇਸ਼ ਦੀ, ਤਾਂ ਉਹ ਆਰਟੀਕਲ ਨੰਬਰ 5 ਦੇ ਵਿੱਚ ਲਿਖਿਆ ਹੋਇਆ ਕਿ ਕੀ ਕੰਡੀਸ਼ਨਸ ਹੋਣੀਆਂ ਚਾਹੀਦੀਆਂ। ਮਤਲਬ ਕਿ ਵਿਅਕਤੀ ਭਾਰਤ ਵਿੱਚ ਪੈਦਾ ਹੋਇਆ ਹੋਣਾ ਚਾਹੀਦਾ, ਜਾਂ ਫਿਰ ਉਸਦੇ ਮਾਤਾ ਪਿਤਾ ਜੋ ਨੇ ਉਹ ਭਾਰਤ ਵਿੱਚ ਪੈਦਾ ਹੋਣੇ ਚਾਹੀਦੇ ਆ, ਜਾਂ ਫਿਰ 1950 ਦੇ ਵਿੱਚ ਜਦੋਂ ਆਪਣਾ ਸੰਵਿਧਾਨ ਲਾਗੂ ਹੋਇਆ ਸੀ, ਉਸ ਸਮੇਂ ਇਹ ਕਿਹਾ ਗਿਆ ਸੀ ਕਿ ਅਗਰ ਕੋਈ ਪਿਛਲੇ 5 ਸਾਲ ਤੋਂ ਭਾਰਤ ਵਿੱਚ ਰਹਿ ਰਿਹਾ ਹੈ ਤਾਂ ਉਸ ਨੂੰ ਭਾਰਤ ਦੀ ਨਾਗਰਿਕਤਾ ਦਿੱਤੀ ਜਾਵੇਗੀ। ਉਸ ਸਮੇਂ ਦੇ ਵਿੱਚ ਇਸ ਦੇ ਵਿੱਚ ਇਹ ਲਿਖਿਆ ਗਿਆ ਸੀ। ਤਾਂ ਇਹਦੇ ਵਿੱਚ ਨੈਕਸਟ ਆਰਟੀਕਲ ਜੋ ਹੈ ਆਪਣੇ ਕੋਲ ਆ ਜਾਂਦਾ ਹੈ ਆਰਟੀਕਲ ਨੰਬਰ 9। ਤਾਂ ਆਰਟੀਕਲ ਨੰਬਰ 9 ਦੇ ਵਿੱਚ ਕੀ ਲਿਖਿਆ ਹੋਇਆ, ਪਰਸਨਸ ਵੋਲੰਟਰੀ ਅਕਵਾਇਰਿੰਗ ਸਿਟੀਜ਼ਨਸ਼ਿਪ ਆਫ ਅ ਫੋਰਨ ਕੰਟਰੀ ਨਾਟ ਬੀ ਇੰਡੀਅਨ ਸਿਟੀਜ਼ਨਸ। ਮਤਲਬ ਕਿ ਇਸ ਦੇ ਵਿੱਚ ਆਰਟੀਕਲ ਨੰਬਰ 9 ਦੇ ਵਿੱਚ ਇਹ ਲਿਖਿਆ ਹੋਇਆ ਹੈ ਕਿ ਅਗਰ ਕੋਈ ਪਰਸਨ ਬਾਹਰਲੀ ਕਿਸੇ ਕੰਟਰੀ ਦੀ ਨਾਗਰਿਕਤਾ ਲੈ ਲੈਂਦਾ ਹੈ, ਤਾਂ ਉਸਦੀ ਇੰਡੀਆ ਦੀ ਜਿਹੜੀ ਨਾਗਰਿਕਤਾ ਹੁੰਦੀ ਹੈ, ਸਿਟੀਜ਼ਨਸ਼ਿਪ ਹੁੰਦੀ ਹੈ, ਉਹ ਰੱਦ ਕਰ ਦਿੱਤੀ ਜਾਏਗੀ, ਖਤਮ ਕਰ ਦਿੱਤੀ ਜਾਏਗੀ। ਤਾਂ ਨੈਕਸਟ ਸਲਾਈਡ 'ਤੇ ਚੱਲਦੇ ਹਾਂ। ਆਰਟੀਕਲ ਨੰਬਰ 10 ਆ ਗਿਆ ਆਪਣੇ ਕੋਲੇ। ਤਾਂ ਆਰਟੀਕਲ ਨੰਬਰ 10 ਦੇ ਵਿੱਚ ਕੀ ਲਿਖਿਆ ਹੋਇਆ, ਪ੍ਰੋਵੀਜ਼ਨ ਆਫ ਐਨੀ ਲਾਅ ਮੇਡ ਬਾਈ ਦੀ ਪਾਰਲੀਮੈਂਟ। ਤਾਂ ਮਤਲਬ ਕਿ ਆਰਟੀਕਲ ਨੰਬਰ 10 ਦੇ ਵਿੱਚ ਇਹ ਲਿਖਿਆ ਹੋਇਆ ਹੈ ਕਿ ਅਗਰ ਭਾਰਤ ਦੀ ਜਿਹੜੀ
ਪਾਰਲੀਮੈਂਟ ਹੈ ਕੋਈ ਵੀ ਰੂਲ ਬਣਾਉਂਦੀ ਹੈ ਨਵਾਂ, ਕੋਈ ਵੀ ਲਾਅ ਬਣਾਉਂਦੀ ਹੈ ਨਵਾਂ, ਤਾਂ ਉਹ ਭਾਰਤ ਦੇ ਹਰ ਸਿਟੀਜ਼ਨਸ਼ਿਪ ਨੂੰ ਮੰਨਣਾ ਪਏਗਾ, ਚਾਹੇ ਉਸਨੇ ਅਜੇ ਨਵੀਂ ਨਾਗਰਿਕਤਾ ਲਈ ਹੈ, ਚਾਹੇ ਉਹ ਪਹਿਲਾਂ ਤੋਂ ਹੀ ਭਾਰਤ ਦੇ ਵਿੱਚ ਰਹਿ ਰਿਹਾ ਹੈ। ਅਗਰ ਉਹ ਭਾਰਤ ਦਾ ਨਾਗਰਿਕ ਹੈ, ਚਾਹੇ ਨਵਾਂ ਬਣਿਆ ਹੈ, ਚਾਹੇ ਪਹਿਲਾਂ ਤੋਂ ਰਹਿ ਰਿਹਾ ਹੈ, ਤਾਂ ਉਸਨੂੰ ਪਾਰਲੀਮੈਂਟ ਦੇ ਹਰੇਕ ਲਾਅ ਆਫ ਆਰਡਰ ਜਾਂ ਫਿਰ ਕਿਸੇ ਵੀ ਹੋਰ ਨਵੇਂ ਕਾਨੂੰਨ ਦੀ ਜਿਹੜੀ ਹੈ ਉਸ ਨੂੰ ਮੰਨਣਾ ਪਏਗਾ। ਤਾਂ ਨੈਕਸਟ ਹੈ ਆਪਣੇ ਕੋਲ ਆਰਟੀਕਲ ਨੰਬਰ 11। ਤਾਂ ਆਰਟੀਕਲ ਨੰਬਰ 11 ਦੇ ਵਿੱਚ ਆਪਣੇ ਕੋਲ ਆ ਜਾਂਦਾ ਔਰਲੀ ਪਾਰਲੀਮੈਂਟ ਕੈਨ ਚੇਂਜਿੰਗ ਇਨ ਦੀ ਕੌਂਸਟੀਟਿਊਸ਼ਨ। ਮਤਲਬ ਕਿ ਜਿਹੜਾ ਆਪਣਾ ਸੰਵਿਧਾਨ ਹੈ, ਠੀਕ ਹੈ, ਉਸ ਦੇ ਵਿੱਚ ਅਗਰ ਕੋਈ ਵੀ ਚੇਂਜਿੰਗ ਕਰਨੀ ਹੈ, ਕੁਛ ਵੀ ਐਡੀਸ਼ਨ ਕਰਨੀ ਹੈ, ਕੁਛ ਵੀ ਐਡ ਕਰਨਾ, ਹੋਰ ਕੋਈ ਵੀ ਨਵੀਂ ਚੀਜ਼ ਨੂੰ ਹਟਾ ਕੇ ਉਸ ਦੀ ਜਗ੍ਹਾ ਹੋਰ ਚੀਜ਼ ਨੂੰ ਮਤਲਬ ਕਿ ਹੋਰ ਵਧਾ ਕੇ ਜਾਂ ਵਧੀਆ ਕਰਕੇ ਉਸ ਚੀਜ਼ ਨੂੰ ਆਪਾਂ ਐਡ ਕਰਨਾ ਹੈ, ਤਾਂ ਉਸ ਨੂੰ ਕੌਣ ਕਰ ਸਕਦਾ ਹੈ? ਉਸ ਨੂੰ ਸਿਰਫ ਪਾਰਲੀਮੈਂਟ ਕਰ ਸਕਦੀ ਹੈ। ਮਤਲਬ ਕਿ ਕੌਂਸਟੀਟਿਊਸ਼ਨ ਜਿਹੜਾ ਆਪਣਾ ਬਣਿਆ ਹੋਇਆ ਸੰਵਿਧਾਨ ਬਣਿਆ ਹੋਇਆ ਉਸ ਦੇ ਵਿੱਚ ਜਿਹੜੀ ਚੇਂਜਿੰਗ ਕਰ ਸਕਦੀ ਹੈ ਉਹ ਕੌਣ ਕਰ ਸਕਦੀ ਹੈ? ਸਿਰਫ ਪਾਰਲੀਮੈਂਟ ਕਰ ਸਕਦੀ ਹੈ। ਔਰ ਪਾਰਲੀਮੈਂਟ ਦੇ ਵਿੱਚ ਕੌਣ ਕੌਣ ਹੁੰਦਾ? ਪਾਰਲੀਮੈਂਟ ਦੇ ਵਿੱਚ ਆਪਣੇ ਕੋਲ ਹੁੰਦੀ ਹੈ ਲੋਕ ਸਭਾ, ਰਾਜ ਸਭਾ ਔਰ ਪ੍ਰੈਜ਼ੀਡੈਂਟ। ਇਹ ਤਿੰਨਾਂ ਨੂੰ ਮਿਲਾ ਕੇ ਬਣਦੀ ਹੈ ਆਪਣੇ ਕੋਲੇ ਪਾਰਲੀਮੈਂਟ। ਨੈਕਸਟ ਸਲਾਈਡ 'ਤੇ ਚੱਲਦੇ ਹਾਂ। ਤਾਂ ਫਿਰ ਆਪਣੇ ਕੋਲ ਸ਼ੁਰੂ ਹੁੰਦਾ ਜੀ ਪਾਰਟ ਨੰਬਰ 3। ਔਰ ਪਾਰਟ ਨੰਬਰ 3 ਦੇ ਵਿੱਚ ਆਪਣੇ ਕੋਲ ਦਿੱਤੀਆਂ ਹੋਈਆਂ ਨੇ ਫੰਡਾਮੈਂਟਲ ਰਾਈਟਸ। ਫੰਡਾਮੈਂਟਲ ਰਾਈਟਸ ਯਾਨੀ ਕਿ ਆਪਣੇ ਅਧਿਕਾਰ, ਫੰਡਾਮੈਂਟਲ ਰਾਈਟਸ। ਤਾਂ ਇਹ ਆਪਣੇ ਕੋਲ ਹੁੰਦੇ ਨੇ 12 ਤੋਂ ਲੈ ਕੇ 35 ਨੰਬਰ ਆਰਟੀਕਲ ਦੇ ਅੰਦਰ। 12 ਤੋਂ ਲੈ ਕੇ 35 ਨੰਬਰ ਆਰਟੀਕਲ ਤੱਕ ਜਿਹੜੇ ਹੁੰਦੇ ਨੇ ਆਪਣੇ ਕੋਲ ਫੰਡਾਮੈਂਟਲ ਰਾਈਟਸ ਹੁੰਦੇ ਨੇ। ਔਰ ਇਹ ਫੰਡਾਮੈਂਟਲ ਰਾਈਟਸ ਆਪਾਂ ਕਿਸ ਸੰਵਿਧਾਨ ਤੋਂ ਲਏ, ਕਿਹੜੇ ਦੇਸ਼ ਦੇ ਸੰਵਿਧਾਨ ਤੋਂ ਲਏ ਆ? ਇਹ ਆਪਾਂ ਲਏ ਆ ਜੀ USA ਤੋਂ। USA ਦੇ ਸੰਵਿਧਾਨ ਤੋਂ ਆਪਾਂ ਚੱਕੇ ਨੇ ਫੰਡਾਮੈਂਟਲ ਰਾਈਟਸ। 12 ਤੋਂ 35 ਨੰਬਰ ਆਰਟੀਕਲ ਦੇ ਵਿੱਚ ਹੈ, ਪਰ ਆਪਾਂ ਕਿਹੜੇ ਕਰਨੇ ਨੇ? ਸਿਰਫ ਮੋਸਟ ਇੰਪੋਰਟੈਂਟ, ਜਿਹੜੇ ਕਿ ਆਪਣੇ ਪੇਪਰ ਦੇ ਵਿੱਚ ਆਉਣ ਦੇ ਬਹੁਤ ਹੀ ਜ਼ਿਆਦਾ ਚਾਂਸਿਸ ਹੁੰਦੇ ਹਨ। ਤਾਂ ਇਸ ਦੇ ਵਿੱਚ ਜੋ ਆਪਾਂ ਕਰ ਰਹੇ ਹਾਂ ਆਰਟੀਕਲ ਨੰਬਰ ਹੈ 13। ਆਰਟੀਕਲ ਨੰਬਰ 13 ਵਿੱਚ ਲਿਖਿਆ ਹੋਇਆ ਆਪਣੇ ਕੋਲੇ ਰੂਲ ਆਫ ਲਾਅ। ਰੂਲ ਆਫ ਲਾਅ ਯਾਨੀ ਕਿ ਇਸ ਦੇ ਅੰਦਰ ਅਗਰ ਸਟੇਟ ਦੁਆਰਾ ਕੋਈ ਵੀ ਨਵਾਂ ਰੂਲਸ ਬਣਾਇਆ ਜਾਂਦਾ ਹੈ ਜੋ ਕਿ ਫੰਡਾਮੈਂਟਲ ਰਾਈਟਸ ਦੇ ਅਗੇਂਸਟ ਹੁੰਦਾ ਹੈ, ਤਾਂ ਉਸ ਨੂੰ ਰੱਦ ਕਰ ਦਿੱਤਾ ਜਾਂਦਾ ਹੈ। ਕਿਹਦੇ ਦੁਆਰਾ? ਹਾਈ ਕੋਰਟ ਦੁਆਰਾ, ਜਾਂ ਫਿਰ ਉੱਤੋਂ ਦੀ ਸੁਪਰੀਮ ਕੋਰਟ ਦੁਆਰਾ। ਜਾਂ ਫਿਰ ਜਿਹੜੀ ਸਟੇਟ ਦੇ ਵਿੱਚ ਕਿਸੇ ਨੇ ਕੋਈ ਨਵਾਂ ਰੂਲ ਬਣਾਇਆ, ਮੰਨ ਲਓ ਅਗਰ ਕਿਸੇ ਨੇ ਰੂਲ ਆਫ ਲਾਅ ਕੀ ਕਹਿੰਦਾ ਕਿ ਅਗਰ ਕਿਸੇ ਵੀ ਸਟੇਟ ਦੇ ਵਿੱਚ ਕਿਸੇ ਸਟੇਟ ਦੁਆਰਾ ਉਸ ਸਟੇਟ ਦੇ ਲੋਕਾਂ ਦੇ ਉੱਪਰ ਕੋਈ ਵੀ ਨਵਾਂ ਫੰਡਾਮੈਂਟਲ ਰਾਈਟ ਜਿਹੜਾ ਕਿ ਕੋਈ ਵੀ ਨਵਾਂ ਕਾਨੂੰਨ ਬਣਾਇਆ ਗਿਆ ਔਰ ਉਹ ਉਹਨਾਂ ਦੇ ਫੰਡਾਮੈਂਟਲ ਰਾਈਟਸ ਦੇ ਅਗੇਂਸਟ ਹੈ, ਤਾਂ ਉਸ ਨੂੰ ਉੱਥੋਂ ਦੀ ਜਿਹੜੀ ਹੈ ਹਾਈ ਕੋਰਟ ਉਸ ਨੂੰ ਉਹ ਰੱਦ ਕਰ ਸਕਦੀ ਹੈ। ਜਾਂ ਫਿਰ ਅਗਰ ਹਾਈ ਕੋਰਟ ਨਹੀਂ ਕਰ ਰਹੀ ਤਾਂ ਸੁਪਰੀਮ ਕੋਰਟ ਉਸ ਨੂੰ ਕੀ ਕਰ ਸਕਦੀ ਹੈ? ਰੱਦ ਕਰ ਸਕਦੀ ਹੈ। ਕਿਉਂਕਿ ਆਪਣੇ ਫੰਡਾਮੈਂਟਲ ਰਾਈਟਸ ਜੋ ਨੇ ਕੌਂਸਟੀਟਿਊਸ਼ਨ ਦੇ ਵਿੱਚ ਲਿਖੇ ਹੋਏ ਨੇ, ਉਹਨਾਂ ਦੇ ਅਗੇਂਸਟ ਕੋਈ ਵੀ ਰੂਲ ਨਹੀਂ ਬਣਾਇਆ ਜਾ ਸਕਦਾ। ਨੈਕਸਟ ਆਪਣੇ ਕੋਲ ਆਉਂਦਾ ਜੀ ਆਰਟੀਕਲ ਨੰਬਰ 14। ਤਾਂ ਆਰਟੀਕਲ ਨੰਬਰ 14 ਦੇ ਵਿੱਚ ਜੋ ਹੈ ਆਪਣੇ ਕੋਲ ਲਿਖਿਆ ਹੋਇਆ ਹੈ ਇਕੁਐਲਿਟੀ ਬਿਫੋਰ ਲਾਅ। ਆਰਟੀਕਲ ਨੰਬਰ 14 ਦੇ ਵਿੱਚ ਲਿਖਿਆ ਹੋਇਆ ਇਕੁਐਲਿਟੀ ਬਿਫੋਰ ਲਾਅ ਯਾਨੀ ਕਿ ਕਾਨੂੰਨ ਦੇ ਸਾਹਮਣੇ ਸਮਾਨਤਾ। ਕਾਨੂੰਨ ਦੇ ਸਾਹਮਣੇ ਸਮਾਨਤਾ ਮਤਲਬ ਕਿ ਹਰੇਕ ਨੂੰ, ਅਗਰ ਕੋਈ ਵੀ ਕਿਸੇ ਤਰੀਕੇ ਦਾ ਹੈ, ਛੋਟਾ ਹੈ, ਵੱਡਾ ਹੈ, ਠੀਕ ਹੈ, ਅਮੀਰ ਹੈ, ਗਰੀਬ ਹੈ, ਕਿਸੇ ਵੀ ਤਰੀਕੇ ਦਾ, ਤਾਂ ਉਸ ਨੂੰ ਕਾਨੂੰਨ ਦੇ ਸਾਹਮਣੇ ਸਮਾਨਤਾ ਮਿਲੇਗੀ। ਮਤਲਬ ਕਿ ਕਾਨੂੰਨ ਸਭ ਨੂੰ ਇੱਕ ਸਮਾਨ ਸਮਝੇਗਾ। ਇੱਕ ਚੀਜ਼ ਹੋਰ ਹੁੰਦੀ ਹੈ ਆਪਣੇ ਕੋਲੇ ਆਰਟੀਕਲ ਨੰਬਰ 14 ਮਤਲਬ ਕਿ ਇਕੁਅਲ ਪ੍ਰੋਟੈਕਸ਼ਨ ਆਫ ਦੀ ਲਾਅ। ਤਾਂ ਇਕੁਅਲ ਪ੍ਰੋਟੈਕਸ਼ਨ ਮਤਲਬ ਕਿ ਸਭ ਨੂੰ ਇਕੁਅਲੀ ਪ੍ਰੋਟੈਕਟ ਕੀਤਾ ਜਾਏਗਾ ਕਾਨੂੰਨ ਦੇ ਦੁਆਰਾ। ਵੱਡਾ ਛੋਟਾ ਜਿਵੇਂ ਵੀ ਹੋਵੇਗਾ, ਗਰੀਬ ਅਮੀਰ ਕਿਸੇ ਵੀ ਤਰੀਕੇ ਦਾ ਹੈ, ਇਕੁਅਲਿਟੀ ਬਿਫੋਰ ਲਾਅ ਯਾਨੀ ਕਿ ਇਕੁਅਲ ਪ੍ਰੋਟੈਕਸ਼ਨ ਆਫ ਦੀ ਲਾਅ। ਤਾਂ ਨੈਕਸਟ ਆਰਟੀਕਲ ਜੋ ਹੈ ਉਹ ਆਪਣੇ ਕੋਲ ਹੈ ਆਰਟੀਕਲ ਨੰਬਰ 15। ਇਸ ਦੇ ਵਿੱਚ ਆਪਣੇ ਕੋਲ ਦੋ ਪਾਰਟਸ ਬਣ ਜਾਂਦੇ ਨੇ, ਆਰਟੀਕਲ ਨੰਬਰ 15(1) ਔਰ ਆਰਟੀਕਲ ਨੰਬਰ 15(4). ਤਾਂ ਆਰਟੀਕਲ ਨੰਬਰ 15 ਦੇ ਵਿੱਚ ਲਿਖਿਆ 15(1) ਦੇ ਵਿੱਚ ਲਿਖਿਆ ਹੋਇਆ ਆਪਣੇ ਕੋਲ ਡਿਸਕ੍ਰਿਮੀਨੇਸ਼ਨ ਯਾਨੀ ਕਿ ਭੇਦਭਾਵ। ਤਾਂ ਅਗਰ ਕੋਈ ਕਿਸੇ ਵੀ ਕਾਸਟ ਦਾ ਹੈ, ਕਿਸੇ ਵੀ ਰਿਲੀਜਨ ਦਾ ਹੈ, ਠੀਕ ਹੈ, ਕੋਈ ਵੀ ਉਹਦਾ ਮਤਲਬ ਕਿ ਕਿਤੇ ਵੀ ਉਹਦਾ ਬਰਥ ਪਲੇਸ ਹੈ, ਕੋਈ ਵੀ ਉਹਦਾ ਰੰਗ ਹੈ, ਸੈਕਸ ਹੈ, ਠੀਕ ਹੈ, ਜਿਸ ਤਰੀਕੇ ਨਾਲ ਮਤਲਬ ਕਿ ਅਗਰ ਉਹ ਮੇਲ ਹੈ, ਫੀਮੇਲ ਹੈ ਜਾਂ ਫਿਰ ਥਰਡ ਜੈਂਡਰ ਹੈ, ਤਾਂ ਉਹ ਕਿਸੇ ਵੀ ਤਰੀਕੇ ਨਾਲ, ਤਾਂ ਬਟ ਉਹਦੇ ਵਿੱਚ ਕੋਈ ਵੀ ਭੇਦਭਾਵ ਨਹੀਂ ਕੀਤਾ ਜਾਏਗਾ। ਇਹ ਆਪਣੇ ਕੋਲ ਆਰਟੀਕਲ ਨੰਬਰ 15(1) ਦੇ ਵਿੱਚ ਲਿਖਿਆ ਹੋਇਆ ਹੈ ਕਿ ਇੰਡੀਆ ਦੇ ਵਿੱਚ ਰਹਿਣ ਵਾਲੇ ਸਿਟੀਜ਼ਨਸ ਦੇ ਨਾਲ ਜੋ ਹੈ, ਠੀਕ ਹੈ, ਕੋਈ ਵੀ ਭੇਦਭਾਵ ਨਹੀਂ ਕੀਤਾ ਜਾਏਗਾ, ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਹੈ, ਠੀਕ ਹੈ। ਤਾਂ ਆਰਟੀਕਲ ਨੰਬਰ 15(4) ਦੇ ਵਿੱਚ ਆਪਣੇ ਕੋਲ ਲਿਖੀਆਂ ਹੋਈਆਂ ਰਿਜ਼ਰਵੇਸ਼ਨਸ ਮਤਲਬ ਕਿ ਆਪਾਂ ਕਈ ਵਾਰ ਸੁਣਦੇ ਹਾਂ ਨਾ ਕਿ ਇਸ ਜਾਂ ਕੋਈ ਪੋਸਟ ਆਉਂਦੀ ਹੈ, ਠੀਕ ਹੈ, ਤਾਂ ਜਾਂ ਫਿਰ ਕਿਸੇ ਹੋਰ ਤਰੀਕੇ ਦੇ ਨਾਲ ਕੋਈ ਭੱਤੇ ਮਿਲਦੇ ਆ, ਕਿਸੇ ਵੀ ਤਰੀਕੇ ਨਾਲ ਕੋਈ ਵੀ ਚੀਜ਼ਾਂ ਮਿਲਦੀਆਂ ਨੇ ਹੋਰ, ਤਾਂ ਉਹਨਾਂ ਦੇ ਵਿੱਚ ਰਿਜ਼ਰਵੇਸ਼ਨਸ ਦਿੱਤੀਆਂ ਹੋਈਆਂ ਨੇ ਕਿ ਇਸ ਨੂੰ ਇੰਨਾ ਦਿੱਤਾ ਜਾਏਗਾ, ਇਸ ਨੂੰ ਇੰਨਾ ਦਿੱਤਾ ਜਾਏਗਾ। ਤਾਂ ਉਹ ਚੀਜ਼ ਹੁੰਦੀ ਹੈ ਆਪਣੇ ਕੋਲ 15 ਨੰਬਰ ਆਰਟੀਕਲ ਦੇ ਵਿੱਚ ਚੌਥੇ ਪਾਰਟ ਦੇ ਵਿੱਚ ਲਿਖੀ ਹੋਈ ਹੈ ਕਿ SC ਨੂੰ ਕਿੰਨੀ ਰਿਜ਼ਰਵੇਸ਼ਨ ਹੁੰਦੀ ਹੈ, ST ਨੂੰ ਕਿੰਨੀ ਹੁੰਦੀ ਹੈ, ਚਿਲਡਰਨਸ ਨੂੰ ਕਿੰਨੀ ਹੁੰਦੀ ਹੈ, ਵੂਮੈਨਸ ਨੂੰ ਕਿੰਨੀ ਹੁੰਦੀ ਹੈ, ਔਰ OBC ਔਰ AWS ਨੂੰ ਕਿੰਨੀ ਜਿਹੜੀ ਹੁੰਦੀ ਹੈ ਇਹ ਰਿਜ਼ਰਵੇਸ਼ਨਸ ਦਿੱਤੀ ਹੁੰਦੀ ਹੈ। ਤਾਂ ਨੈਕਸਟ ਆਰਟੀਕਲ ਹੈ ਆਪਣੇ ਕੋਲ ਆਰਟੀਕਲ ਨੰਬਰ 15। ਤਾਂ ਆਰਟੀਕਲ ਨੰਬਰ 15 ਦੇ ਵਿੱਚ ਆਪਣੇ ਕੋਲ ਲਿਖਿਆ ਹੋਇਆ ਹੈ ਇਕੁਅਲ ਓਪਰਚੁਨਿਟੀਜ਼ ਫੋਰ ਆਲ।
ਇਕੁਅਲ ਓਪਰਚੁਨਿਟੀਜ਼ ਫॉर ऑल, मतलब कि हर एक ਨੂੰ ਇੰਡੀਆ ਦੇ ਵਿੱਚ ਰਹਿਣ ਵਾਲੇ ਇੰਡੀਆ ਦੇ ਸਿਟੀਜ਼ਨਸ ਨੂੰ ਹਰ ਇੱਕ ਨੂੰ ਇਕੁਅਲ ਓਪਰਚੁਨਿਟੀਜ਼ ਦਿੱਤੀਆਂ ਜਾਣਗੀਆਂ। ਤਾਂ ਨੈਕਸਟ ਆਰਟੀਕਲ ਹੈ ਆਪਣੇ ਕੋਲ ਆਰਟੀਕਲ ਨੰਬਰ 17। ਆਰਟੀਕਲ ਨੰਬਰ 17 ਦੇ ਵਿੱਚ ਲਿਖਿਆ ਹੋਇਆ ਅਬੋਲਿਸ਼ਨ ਆਫ ਅਨਟਚੇਬਿਲਿਟੀ, ਅਬੋਲਿਸ਼ਨ ਆਫ ਅਨਟਚੇਬਿਲਿਟੀ। ਤਾਂ ਇੱਥੇ ਜਿਹੜੀ ਸੀਗੀ ਅਨਟਚੇਬਿਲਿਟੀ ਯਾਨੀ ਕਿ ਮਤਲਬ ਕਿ ਕਿਸੇ ਨੂੰ ਵੀ ਛੂਆ-ਛੂਤ ਜਿਹੜਾ ਹੋ ਗਿਆ, ਠੀਕ ਹੈ। ਤਾਂ ਮਤਲਬ ਕਿ ਛੂਹਣ ਵਗੈਰਾ ਦੇ ਕੋਈ ਵੀ ਇੱਦਾਂ ਦਾ ਹੁੰਦਾ ਸੀ ਵੀ ਹਾਂ ਕਿਸੇ ਵੀ ਤੋਂ ਉੱਪਰ ਹੱਥ ਉਤਾਰਾ ਜਾਂ ਕੋਈ ਵੀ ਇਸ ਤਰੀਕੇ ਦੇ ਨਾਲ ਕੋਈ ਵੀ ਉਹਨਾਂ ਦੇ ਨਾਲ ਗਲਤ ਕੀਤਾ ਤਾਂ ਉਸ ਚੀਜ਼ ਨੂੰ ਕੀ ਸੀਗਾ, ਅਬੋਲਿਸ਼ ਕੀਤਾ ਗਿਆ ਸੀਗਾ, ਠੀਕ ਹੈ। ਅਨਟਚੇਬਿਲਿਟੀ, ਅਬੋਲਿਸ਼ਨ ਆਫ ਅਨਟਚੇਬਿਲਿਟੀ। ਤਾਂ ਆਪਣੇ ਕੋਲ ਨੈਕਸਟ ਆਰਟੀਕਲ ਜੋ ਹੈ ਉਹ ਆਪਣੇ ਕੋਲ ਹੈ ਆਰਟੀਕਲ ਨੰਬਰ 18, ਜਿਸ ਦੇ ਵਿੱਚ ਲਿਖਿਆ ਹੋਇਆ ਅਬੋਲਿਸ਼ਨ ਆਫ ਟਾਈਟਲਸ। ਅਬੋਲਿਸ਼ਨ ਆਫ ਟਾਈਟਲਸ ਮਤਲਬ ਕਿ ਆਪਣਾ ਸੰਵਿਧਾਨ ਬਣਨ ਤੋਂ ਪਹਿਲਾਂ, ਠੀਕ ਹੈ, ਜਿਹੜੇ ਵੀ ਇੰਡੀਆ ਦੇ ਲੋਕ ਸਨ ਉੱਥੇ ਰਹਿਣ ਵਾਲੇ, ਕੋਈ ਵੀ ਆਪਣੇ ਨਾਮ ਅੱਗੇ ਚੌਧਰੀ ਲਗਾ ਰਿਹਾ ਸੀ, ਕੋਈ ਵੀ ਨਾਮ ਆਪਣੇ ਅੱਗੇ ਕੁਛ ਵੀ ਲਗਾ ਰਿਹਾ ਸੀ, ਠੀਕ ਹੈ, ਵੀ ਮੈਂ ਇਹ ਹਾਂ, ਮੈਂ ਇਹ ਹਾਂ, ਠੀਕ ਹੈ, ਤਾਂ ਆਪਣੇ ਨਾਮ ਦੇ ਅੱਗੇ ਉਹ ਚੀਜ਼ ਲਗਾ ਰਿਹਾ ਸੀ, ਟਾਈਟਲ ਲਗਾ ਰਿਹਾ ਸੀ। ਔਰ ਜਦੋਂ ਸੰਵਿਧਾਨ ਲਾਗੂ ਹੋਇਆ ਤਾਂ ਇਹਨਾਂ ਚੀਜ਼ਾਂ ਨੂੰ ਕੀ ਕੀਤਾ ਗਿਆ ਸੀ, ਇਸ ਚੀਜ਼ ਨੂੰ ਅਬੋਲਿਸ਼ ਕੀਤਾ ਗਿਆ ਸੀਗਾ, ਮਤਲਬ ਕਿ ਇਹਨਾਂ ਚੀਜ਼ਾਂ ਨੂੰ ਹਟਾ ਦਿੱਤਾ ਗਿਆ ਸੀਗਾ। ਅਤੇ ਆਰਟੀਕਲ ਨੰਬਰ 18 ਦੇ ਵਿੱਚ ਇਹ ਲਿਖਿਆ ਗਿਆ ਕਿ ਕੋਈ ਵੀ ਆਪਣੇ ਨਾਮ ਦੇ ਅਗਰ ਆਪਣੀ ਮਰਜ਼ੀ ਦੇ ਨਾਲ ਕੋਈ ਵੀ ਟਾਈਟਲਸ ਨਹੀਂ ਲਗਾ ਸਕਦਾ, ਬਟ ਇਹ ਪਰਮਿਸ਼ਨ ਸਿਰਫ ਦੋ ਜਿਹੜੇ ਸੀਗੇ ਡਿਫੈਂਸ, ਦੋ ਕੈਟਾਗਰੀਜ਼ ਨੂੰ ਦਿੱਤੀ ਗਈ ਸੀ, ਇੱਕ ਤਾਂ ਐਜੂਕੇਸ਼ਨ ਨੂੰ, ਠੀਕ ਹੈ, ਔਰ ਦੂਸਰੀ ਡਿਫੈਂਸ ਨੂੰ। ਇੱਕ ਐਜੂਕੇਸ਼ਨ ਨੂੰ ਔਰ ਦੂਸਰੀ ਡਿਫੈਂਸ ਨੂੰ, ਮਤਲਬ ਕਿ ਐਜੂਕੇਸ਼ਨ ਦੇ ਰਿਲੇਟਡ ਅਗਰ ਕਿਸੇ ਨੇ ਕੋਈ ਇੰਜੀਨੀਅਰਿੰਗ ਕੀਤੀ ਹੈ, ਡਾਕਟਰੀ ਕੀਤੀ ਹੈ, ਤਾਂ ਉਸ ਤਰੀਕੇ ਨਾਲ ਆਪਣੇ ਨਾਮ ਦੇ ਅੱਗੇ ER ਡਾਕਟਰ ਜਾਂ ਫਿਰ ਕੁਛ ਵੀ ਇੱਦਾਂ ਦਾ ਲਗਾ ਸਕਦਾ ਹੈ, ਠੀਕ ਹੈ। ਜਾਂ ਫਿਰ ਡਿਫੈਂਸ ਰਿਲੇਟਡ ਆ ਜਾਂਦਾ, ਅਗਰ ਮਤਲਬ ਕਿ ਡਿਫੈਂਸ ਦੇ ਨਾਲ ਅਗਰ ਰਿਲੇਟਡ ਹੈ ਤਾਂ ਜਿਵੇਂ ਵੀ ਕੋਈ ਕਾਂਸਟੇਬਲ ਹੈ ਤਾਂ ਉਹਦੇ ਅੱਗੇ ਆਪਣੇ ਨਾਮ ਦੇ ਅੱਗੇ ਕਾਂਸਟੇਬਲ ਲਗਾ ਲਿਆ, SI ਹੈ ਤਾਂ ਸਬ ਇੰਸਪੈਕਟਰ ਹੈ, ਠੀਕ ਹੈ, ਉਹਨੇ SI ਲਗਾ ਲਿਆ। ਜਾਂ ਫਿਰ ਆਰਮੀ ਦੇ ਵਿੱਚ ਹੈ, ਕੋਈ ਵੀ ਮੇਜਰ ਹੈ, ਜਰਨਲ ਹੈ, ਕਰਨਲ ਹੈ, ਠੀਕ ਹੈ, ਕਿਸੇ ਵੀ ਤਰੀਕੇ ਨਾਲ, ਤਾਂ ਉਹ ਆਪਣੇ ਨਾਮ ਦੇ ਅੱਗੇ ਸਿਰਫ ਇਹਨਾਂ ਦੋ ਜਿਹੜੀਆਂ ਹੁੰਦੀਆਂ ਨੇ, ਠੀਕ ਹੈ, ਦੋਨਾਂ ਨੂੰ ਪਰਮਿਸ਼ਨ ਹੁੰਦੀ ਹੈ ਟਾਈਟਲਸ ਲਗਾਉਣ ਦੀ, ਬਾਕੀ ਸਾਰਿਆਂ ਦੇ ਟਾਈਟਲਸ ਜੋ ਨੇ ਅਬੋਲਿਸ਼ ਕਰ ਦਿੱਤੇ ਗਏ ਹਨ। ਤਾਂ ਨੈਕਸਟ ਹੈ ਆਪਣੇ ਕੋਲ ਆਰਟੀਕਲ ਨੰਬਰ 19। ਤਾਂ ਆਰਟੀਕਲ ਨੰਬਰ 19 ਦੇ ਵਿੱਚ ਲਿਖਿਆ ਹੋਇਆ ਆਪਾਂ ਨੂੰ, ਆਰਟੀਕਲ ਨੰਬਰ 19 ਦੇ ਵਿੱਚ ਆਪਾਂ ਨੂੰ ਦਿੱਤੀਆਂ ਹੋਈਆਂ ਨੇ ਜੀ ਜਿਹੜੀਆਂ ਹੈ 6 ਤਰੀਕੇ ਦੀਆਂ ਛੂਟਸ ਦਿੱਤੀਆਂ ਹੁੰਦੀਆਂ ਨੇ, ਯਾਨੀ ਕਿ ਸਪੀਚ, ਫਰੀਲੀ ਮੂਵ, ਅਸੈਂਬਲ ਪੀਸਫੁਲੀ, ਪ੍ਰੋਫੈਸ਼ਨ, ਐਸੋਸੀਏਸ਼ਨ ਔਰ ਰੀਸਾਈਡ। ਮਤਲਬ ਕਿ ਇਹ 6 ਤਰੀਕੇ ਦੀ ਆਜ਼ਾਦੀ ਜਿਹੜੀ ਹੈ ਆਪਾਂ ਨੂੰ ਆਰਟੀਕਲ ਨੰਬਰ 19 ਦੇ ਵਿੱਚ ਲਿਖੀ ਹੋਈ ਹੈ ਕਿ ਆਪਾਂ ਜਿਹੜੀ ਹੈ ਸਪੀਚ ਆਪਾਂ ਬੋਲ ਸਕਦੇ ਹਾਂ, ਆਪਾਂ ਨੂੰ ਬੋਲਣ ਤੋਂ ਕੋਈ ਨਹੀਂ ਰੋਕ ਸਕਦਾ, ਠੀਕ ਹੈ। ਫਰੀਲੀ ਮੂਵ, ਇੰਡੀਆ ਦੇ ਵਿੱਚ ਕਿਤੇ ਵੀ ਆਪਾਂ ਘੁੰਮ ਫਿਰ ਸਕਦੇ ਹਾਂ, ਠੀਕ ਹੈ। ਅਸੈਂਬਲ ਪੀਸਫੁਲੀ, ਤਾਂ ਕਿਸੇ ਵੀ ਜਿਹੜੀ ਸਿਚੁਏਸ਼ਨ ਨੂੰ ਆਪਾਂ ਕਿਸੇ ਵੀ ਤਰੀਕੇ ਨਾਲ ਪੀਸਫੁਲੀ ਜਿਹੜੀ ਕੀ ਹੈ ਅਸੈਂਬਲ ਕਰ ਸਕਦੇ ਹਾਂ, ਯਾਨੀ ਕਿ ਆਪਾਂ ਕੀ ਕਰ ਸਕਦੇ ਹਾਂ, ਜਾਂ ਆਪਾਂ ਕਹਿ ਸਕਦੇ ਧਰਨਾ, ਜਿਵੇਂ ਧਰਨਾ ਲਗਾਉਂਦੇ ਨੇ ਤਾਂ ਧਰਨਾ ਜਿਹੜਾ ਹੈ ਪੀਸਫੁਲੀ ਯਾਨੀ ਕਿ ਸ਼ਾਂਤਮਈ ਤਰੀਕੇ ਦੇ ਨਾਲ ਕੋਈ ਵੀ ਧਰਨਾ ਲਗਾ ਸਕਦੇ ਹਾਂ, ਉਹ ਆਪਣੇ ਸੰਵਿਧਾਨ ਦੇ ਵਿੱਚ ਆਪਾਂ ਨੂੰ ਹੱਕ ਹੈ। ਪ੍ਰੋਫੈਸ਼ਨ ਯਾਨੀ ਕਿ ਆਪਣੇ ਕੰਮ ਦੇ ਰਿਲੇਟਡ ਆਪਾਂ ਇੰਡੀਆ ਦੇ ਵਿੱਚ ਕਿਤੇ ਵੀ ਜਾ ਕੇ ਆਪਣਾ ਕੰਮ ਕਰ ਸਕਦੇ ਹਾਂ। ਐਸੋਸੀਏਸ਼ਨ, ਕੋਈ ਵੀ ਆਪਣਾ NGO ਹੋ ਗਿਆ ਜਾਂ ਕੁਛ ਵੀ ਇਸ ਤਰੀਕੇ ਦੇ ਨਾਲ ਕੋਈ ਵੀ ਐਸੋਸੀਏਸ਼ਨ ਹੈ ਜੋ ਆਪਾਂ ਚਲਾ ਸਕਦੇ ਹਾਂ, ਉਹ ਆਪਣਾ ਅਧਿਕਾਰ ਹੈ। ਰੀਸਾਈਡ ਯਾਨੀ ਕਿ ਆਪਾਂ ਆਪਣੇ ਸਟੇਟ ਤੋਂ ਕਿਸੇ ਇੰਡੀਆ ਦੀ ਕਿਸੇ ਹੋਰ ਸਟੇਟ ਦੇ ਵਿੱਚ ਜਾ ਕੇ ਰਹਿਣਾ ਚਾਹੁੰਦੇ ਹਾਂ, ਉੱਥੇ ਕੰਮ ਕਰਨਾ ਚਾਹੁੰਦੇ ਹਾਂ, ਤਾਂ ਇਹ ਆਪਾਂ ਨੂੰ ਆਰਟੀਕਲ ਨੰਬਰ 19 ਦੇ ਵਿੱਚ ਆਪਣਾ ਅਧਿਕਾਰ ਦਿੱਤਾ ਗਿਆ ਹੈ, ਆਪਾਂ ਇਹ ਕਰ ਸਕਦੇ ਹਾਂ। ਤਾਂ ਨੈਕਸਟ ਸਲਾਈਡ 'ਤੇ ਹੈ ਆਪਣੇ ਕੋਲ ਆਰਟੀਕਲ ਨੰਬਰ 21। ਤਾਂ ਆਰਟੀਕਲ ਨੰਬਰ 21 ਦੇ ਵਿੱਚ ਆਪਾਂ ਨੂੰ ਰਾਈਟ ਟੂ ਲਿਬਰਟੀ, ਰਾਈਟ ਟੂ ਪ੍ਰਾਈਵੇਸੀ, ਰਾਈਟ ਟੂ ਸਲੀਪ, ਰਾਈਟ ਟੂ ਯੂਜ਼ ਇੰਟਰਨੈਟ, ਤਾਂ ਇਹ ਸਾਰੀਆਂ ਛੂਟਸ ਦਿੱਤੀਆਂ ਹੋਈਆਂ ਨੇ ਆਰਟੀਕਲ ਨੰਬਰ 21 ਦੇ ਵਿੱਚ। ਤਾਂ ਆਰਟੀਕਲ ਨੰਬਰ 21 ਦੇ ਵਿੱਚ ਆਪਾਂ ਨੂੰ ਇਹ ਸਭ ਦਿੱਤਾ ਹੋਇਆ ਕਿ ਮਤਲਬ ਕਿ ਆਪਾਂ ਨੂੰ ਇਹਨਾਂ ਚੀਜ਼ਾਂ ਤੋਂ ਕੁਝ ਜੋ ਹੈ ਕੋਈ ਵੀ ਨਹੀਂ ਰੋਕ ਸਕਦਾ, ਠੀਕ ਹੈ। ਮਤਲਬ ਕਿ ਰਾਈਟ ਟੂ ਲਿਬਰਟੀ, ਰਾਈਟ ਟੂ ਈਟ ਹੋ ਗਿਆ, ਰਾਈਟ ਟੂ ਪ੍ਰਾਈਵੇਸੀ ਹੋ ਗਿਆ, ਮਤਲਬ ਕਿ ਜਿਵੇਂ ਕਹਤਾ ਹੁਣ ਪ੍ਰਾਈਵੇਸੀ ਹੈ ਤਾਂ ਪ੍ਰਾਈਵੇਸੀ ਜੋ ਹੈ ਉਹ ਆਪਣੀ ਹੈ, ਠੀਕ ਹੈ। ਤਾਂ ਆਪਾਂ ਉਹ ਕਿਸੇ ਨਾਲ ਵੀ ਕੀ ਹੈਗਾ ਉਹਦੇ ਉੱਪਰ ਕੋਈ ਵੀ ਜਿਹੜਾ ਹੈ ਉਹ ਲਾਅ ਲਾਗੂ ਨਹੀਂ ਹੁੰਦਾ, ਤਾਂ ਉਹ ਆਪਣਾ ਰਾਈਟ ਹੈ। ਅਗਰ ਤੁਹਾਡੀ ਕੋਈ ਵੀ ਪ੍ਰਾਈਵੇਸੀ ਨੂੰ ਲੀਕ ਕਰਦਾ ਹੈ, ਕਿਸੇ ਵੀ ਤਰੀਕੇ ਨਾਲ ਇੱਦਾਂ ਕੁਛ ਵੀ ਹੁੰਦਾ ਤਾਂ ਤੁਸੀਂ ਆਰਟੀਕਲ ਨੰਬਰ 32 ਦੇ ਤਹਿਤ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਕੀ ਕਰ ਸਕਦੇ ਹੋ, ਕੇਸ ਕਰ ਸਕਦੇ ਹੋ। ਨੈਕਸਟ ਆਪਣੇ ਕੋਲ ਆ ਜਾਂਦਾ ਜੀ ਆਰਟੀਕਲ ਨੰਬਰ 21A। ਤਾਂ ਆਰਟੀਕਲ ਨੰਬਰ 21 ਦੇ ਵਿੱਚ ਇਹ ਲਿਖਿਆ ਹੋਇਆ ਆਪਣੇ ਕੋਲ ਰਾਈਟ ਟੂ ਐਜੂਕੇਸ਼ਨ। ਰਾਈਟ ਟੂ ਐਜੂਕੇਸ਼ਨ ਜਿਹੜੀ ਕਿ ਆਪਣੇ ਕੋਲ 86 ਨੰਬਰ ਅਮੈਂਡਮੈਂਟ ਦੇ ਅੰਦਰ ਐਡ ਕੀਤੀ ਗਈ ਸੀ ਭਾਰਤ ਦੇ ਸੰਵਿਧਾਨ ਦੇ ਅੰਦਰ, ਰਾਈਟ ਟੂ ਐਜੂਕੇਸ਼ਨ। ਫਿਰ ਆਪਣੇ ਕੋਲ ਆਉਂਦਾ ਆਰਟੀਕਲ ਨੰਬਰ 23। ਆਰਟੀਕਲ ਨੰਬਰ 23 ਦੇ ਵਿੱਚ ਲਿਖਿਆ ਹੋਇਆ ਫੋਰਸਡ ਲੇਬਰ। ਫੋਰਸਡ ਲੇਬਰ ਯਾਨੀ ਕਿ ਆਪਾਂ ਕਿਸੇ ਤੋਂ ਵੀ ਫੋਰਸਫੁਲੀ ਕੋਈ ਵੀ ਕੰਮ ਨਹੀਂ ਕਰਵਾ ਸਕਦੇ, ਫੋਰਸਫੁਲੀ ਕਿਸੇ ਤੋਂ ਵੀ ਕੋਈ ਵੀ ਕੰਮ ਨਹੀਂ ਕਰਵਾ ਸਕਦੇ। ਮਤਲਬ ਅਗਰ ਤੁਸੀਂ ਕਿਸੇ ਤੋਂ ਮਜ਼ਦੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਅਗਰ ਉਹ ਮਜ਼ਦੂਰੀ ਤੁਹਾਡੇ ਨਹੀਂ ਕਰਨਾ ਚਾਹੁੰਦਾ ਤਾਂ ਤੁਸੀਂ ਜੋ ਹੈ ਉਸ ਤੋਂ ਜ਼ਬਰਦਸਤੀ ਮਜ਼ਦੂਰੀ ਨਹੀਂ ਕਰਵਾ ਸਕਦੇ। ਆਰਟੀਕਲ ਨੰਬਰ 24 ਦੇ ਵਿੱਚ ਲਿਖਿਆ ਹੋਇਆ ਹੈ ਚਿਲਡ ਲੇਬਰ। ਤਾਂ ਅਗਰ ਕਿਸੇ ਵੀ ਬੱਚੇ ਦੀ ਉਮਰ ਜੋ ਹੈ ਉਹ 14 ਸਾਲ ਤੋਂ ਘੱਟ ਹੈ ਤਾਂ ਉਸ ਤੋਂ ਮਜ਼ਦੂਰੀ ਨਹੀਂ ਕਰਵਾਈ ਜਾ ਸਕਦੀ, ਕਿਤੇ ਵੀ ਕੋਈ ਵੀ ਕੰਮ ਜਿਹੜਾ ਹੈ ਮਜ਼ਦੂਰੀ ਲਾਇਕ ਜਿਹੜਾ ਵੀ ਹੁੰਦਾ ਹੈ ਬਾਹਰ, ਠੀਕ ਹੈ, ਤਾਂ ਉਹ ਤੋਂ ਨਹੀਂ ਕਰਵਾਇਆ ਜਾ ਸਕਦਾ।
ਤਾਂ ਨੈਕਸਟ ਸਲਾਈਡ ਤੇ ਹੈ ਆਪਣੇ ਕੋਲੇ ਨੈਕਸਟ ਆਰਟੀਕਲ ਜੋ ਹੈ ਉਹ ਆਪਣੇ ਕੋਲੇ ਹੈ ਆਰਟੀਕਲ ਨੰਬਰ 25 ਤੋਂ ਲੈ ਕੇ 28 ਤੱਕ, ਜਿਹਦੇ ਵਿੱਚ ਆਪਾਂ ਨੂੰ ਦਿੱਤੀ ਹੋਈ ਹੈ ਰਾਈਟ ਟੂ ਫਰੀडम ਆਫ ਰਿਲੀਜਨ, ਮਤਲਬ ਕਿ ਆਪਣੇ ਧਰਮ ਨੂੰ ਮੰਨਣ ਦਾ ਅਧਿਕਾਰ, ਆਪਣੇ ਧਰਮ ਨੂੰ ਮੰਨਣ ਦਾ ਅਧਿਕਾਰ ਜਿਹੜਾ ਹੈ, ਠੀਕ ਹੈ, ਧਰਮ ਦੀ ਸੁਤੰਤਰਤਾ। ਤਾਂ ਇਹ ਆਪਾਂ ਨੂੰ ਕਿਹਦੇ ਵਿੱਚ ਦਿਖਿਆ ਹੈ, ਆਰਟੀਕਲ ਨੰਬਰ 25 ਤੋਂ ਲੈ ਕੇ 28 ਦੇ ਵਿੱਚ ਦਿੱਤਾ ਹੋਇਆ ਹੈ ਕਿ ਆਪਾਂ ਆਪਣੇ ਧਰਮ ਦੇ ਰਿਲੇਟਡ ਗੁਰਦੁਆਰੇ, ਮੰਦਿਰ, ਮਸਜਿਦ ਜਾਂ ਚਰਚਿਸ ਜਾਂ ਕੁਛ ਵੀ ਹੈ ਉਹ ਆਪਾਂ ਬਣਵਾ ਸਕਦੇ ਹਾਂ, ਉਹਨਾਂ ਦੀ ਪੂਜਾ ਕਰ ਸਕਦੇ ਹਾਂ, ਠੀਕ ਹੈ, ਉਹਨਾਂ ਦੀ ਆਪਾਂ ਕੀ ਮਾਨਤਾ ਕਰ ਸਕਦੇ ਹਾਂ, ਠੀਕ ਹੈ। ਤਾਂ ਆਪਾਂ ਨੂੰ ਇਸ ਦੇ ਵਿੱਚ ਕੋਈ ਵੀ ਨਹੀਂ ਰੋਕ ਸਕਦਾ। ਔਰ ਇਸੇ ਆਰਟੀਕਲ ਨੰਬਰ 25 ਤੋਂ ਲੈ ਕੇ 28 ਦੇ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਕਿਸੇ ਵੀ ਧਰਮ ਸਥਾਨ ਯਾਨੀ ਕਿ ਚਰਚ ਹੋ ਗਿਆ, ਠੀਕ ਹੈ, ਮੰਦਿਰ ਹੋ ਗਏ, ਮਸਜਿਦ ਹੋ ਗਏ, ਗੁਰਦੁਆਰੇ ਹੋ ਗਏ, ਤਾਂ ਇਹਨਾਂ 'ਤੇ ਸਰਕਾਰ ਦੁਆਰਾ ਕੋਈ ਵੀ ਟੈਕਸ ਨਹੀਂ ਲਗਾਇਆ ਜਾਂਦਾ। ਨੈਕਸਟ ਆਪਣੇ ਕੋਲ ਆਉਂਦਾ ਜੀ ਆਰਟੀਕਲ ਨੰਬਰ 31। ਆਰਟੀਕਲ ਨੰਬਰ 31 ਦੇ ਵਿੱਚ ਆਪਣੇ ਕੋਲ ਲਿਖਿਆ ਹੋਇਆ ਹੈ ਰਾਈਟ ਟੂ ਪ੍ਰੋਪਰਟੀ, ਜਿਹੜਾ ਕਿ ਲਿਖਿਆ ਸੀ, ਠੀਕ ਹੈ। ਜਦੋਂ ਸ਼ੁਰੂ ਤੋਂ ਸੰਵਿਧਾਨ ਜਿਹੜਾ ਸੀਗਾ ਲਾਗੂ ਹੋਇਆ ਸੀ ਉਸ ਸਮੇਂ 'ਤੇ ਆਰਟੀਕਲ ਨੰਬਰ 21 ਦੇ ਵਿੱਚ ਲਿਖਿਆ ਗਿਆ ਸੀ ਰਾਈਟ ਟੂ ਪ੍ਰੋਪਰਟੀ, ਮਤਲਬ ਕਿ ਪ੍ਰੋਪਰਟੀ ਦਾ ਅਧਿਕਾਰ। ਬਟ ਇਸ ਨੂੰ ਕੀ ਕਰ ਦਿੱਤਾ ਗਿਆ, ਇਸ ਨੂੰ ਰਿਪਲੇਸ ਕਰ ਦਿੱਤਾ ਗਿਆ ਹੈ ਆਰਟੀਕਲ ਨੰਬਰ 300A ਦੇ ਨਾਲ। ਇਸ ਨੂੰ ਰਿਪਲੇਸ ਕਰ ਦਿੱਤਾ ਗਿਆ ਆਰਟੀਕਲ ਨੰਬਰ 300A ਦੇ ਨਾਲ। ਤਾਂ ਇਸ ਨੂੰ 300A ਦੇ ਅੰਦਰ ਕੀ ਬਣਾ ਦਿੱਤਾ ਗਿਆ, ਲੀਗਲ ਰਾਈਟ ਬਣਾ ਦਿੱਤਾ ਗਿਆ। ਮਤਲਬ ਕਿ ਪਹਿਲਾਂ ਕੀ ਹੁੰਦਾ ਸੀ, ਰਾਈਟ ਟੂ ਪ੍ਰੋਪਰਟੀ, ਮਤਲਬ ਕੀ ਕਹਿੰਦੇ ਸੀ ਇਹ ਸਾਡਾ ਅਧਿਕਾਰ ਸੀਗਾ ਪ੍ਰੋਪਰਟੀ ਦਾ। ਤਾਂ ਅਗਰ ਸਰਕਾਰ ਨੇ ਕੋਈ ਵੀ ਰੋਡ ਲੰਘਾਉਣੀ ਹੁੰਦੀ ਸੀ, ਕਿਤੋਂ ਵੀ ਕੋਈ ਰੇਲਵੇ ਦੀ ਲਾਈਨ ਲਗਾਉਣੀ ਹੁੰਦੀ ਸੀ, ਤਾਂ ਕੀ ਕਰਦੇ ਸੀ ਲੋਕ ਜਿਹੜੇ ਕਹਿੰਦੇ ਸੀਗੇ ਵੀ ਸਾਡਾ ਇਹ ਅਧਿਕਾਰ ਹੈ ਪ੍ਰੋਪਰਟੀ ਦਾ, ਠੀਕ ਹੈ, ਅਸੀਂ ਇਹਨੂੰ ਵੇਚੀਏ ਜਾਂ ਨਾ ਵੇਚੀਏ, ਠੀਕ ਹੈ। ਤਾਂ ਇਸ ਤਰੀਕੇ ਨਾਲ ਜਿਹੜੀ ਸਰਕਾਰ ਸੀਗੀ ਉਹ ਕੋਈ ਵੀ ਜਿਹੜੀ ਸੀਗੀ ਕੰਮ ਨਹੀਂ ਕਰ ਪਾਉਂਦੀ ਸੀ, ਕਿਤੋਂ ਦੀ ਵੀ ਸੜਕ ਲਗਾਉਣੀ ਸੀ ਨਹੀਂ ਲਗਾ ਪਾਉਂਦੀ ਸੀ, ਕਿਤੋਂ ਦੀ ਕੋਈ ਲਾਈਨ ਲਗਾਉਣੀ ਸੀਗੀ ਰੇਲਵੇ ਦੀ ਨਹੀਂ ਲਗਾ ਪਾਉਂਦੀ ਸੀ। ਤਾਂ ਇਸ ਕਰਕੇ 1978 ਦੇ ਵਿੱਚ 44ਵੀਂ ਅਮੈਂਡਮੈਂਟ ਕੀਤੀ ਗਈ, ਜਿਹਦੇ ਵਿੱਚ ਕੀ ਸੀਗਾ, ਇਸ ਨੂੰ ਰਿਪਲੇਸ ਕਰਕੇ ਆਰਟੀਕਲ ਨੰਬਰ 300A ਦੇ ਅੰਦਰ ਲੀਗਲ ਰਾਈਟ ਬਣਾ ਦਿੱਤਾ ਗਿਆ। ਲੀਗਲ ਰਾਈਟ ਦਾ ਮਤਲਬ ਹੁੰਦਾ ਹੈ ਕਿ ਇਹ ਜਿਹੜੀ ਚੀਜ਼ ਹੈ ਲੀਗਲੀ ਤੁਹਾਡੀ ਹੈ, ਕਿਉਂਕਿ ਤੁਸੀਂ ਇਸ 'ਤੇ ਪੈਸੇ ਭਰੇ ਹਨ, ਤੁਸੀਂ ਇਹਨੂੰ ਖਰੀਦਿਆ, ਤੁਹਾਡੀ ਹੈ। ਬਟ ਅਗਰ ਸਰਕਾਰ ਨੇ ਉੱਥੋਂ ਦੀ ਕੋਈ ਵੀ ਲਾਈਨ ਲਗਾਉਣੀ ਹੈ, ਸੜਕ ਲਗਾਉਣੀ ਹੈ, ਤਾਂ ਉਹ ਸਰਕਾਰ ਜ਼ਮੀਨ ਜੋ ਉਹ ਹੈ ਉਹ ਤੁਹਾਡੇ ਤੋਂ ਖਰੀਦ ਸਕਦੀ ਹੈ, ਉਹ ਤੁਹਾਨੂੰ ਬਾਕਾਇਦਾ ਉਸਦੇ ਪੈਸੇ ਦੇਗੀ। ਅਗਰ ਤੁਸੀਂ ਨਹੀਂ ਖਰੀਦਣਾ ਚਾਹੁੰਦੇ ਤਾਂ ਸਰਕਾਰ ਧੱਕੇ ਨਾਲ ਵੀ ਲੈ ਸਕਦੀ ਹੈ। ਲੀਗਲ ਰਾਈਟ ਦਾ ਮਤਲਬ ਇਹ ਹੁੰਦਾ ਹੈ। ਨੈਕਸਟ ਆਪਣੇ ਕੋਲ ਆਉਂਦਾ ਜੀ ਆਰਟੀਕਲ ਨੰਬਰ 32। ਆਰਟੀਕਲ ਨੰਬਰ 32 ਹੁੰਦਾ ਰਾਈਟ ਟੂ ਕੌਂਸਟੀਟਿਊਸ਼ਨਲ ਰੈਮਡੀਜ਼। ਰਾਈਟ ਟੂ ਕੌਂਸਟੀਟਿਊਸ਼ਨਲ ਰੈਮਡੀਜ਼ ਮਤਲਬ ਕਿ ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ। ਜੇਕਰ ਕੋਈ ਵੀ ਤੁਹਾਡੇ ਫੰਡਾਮੈਂਟਲ ਰਾਈਟਸ ਨੂੰ ਅਬੋਲਿਸ਼ ਕਰਦਾ ਹੈ, ਠੀਕ ਹੈ, ਅਬੋਲਿਸ਼ ਦਾ ਮਤਲਬ ਹੋ ਗਿਆ ਯਾਨੀ ਕਿ ਤੁਹਾਡੇ ਕੋਈ ਫੰਡਾਮੈਂਟਲ ਰਾਈਟਸ ਨੂੰ ਖੋਹਦਾ ਹੈ, ਤਾਂ ਤੁਸੀਂ ਸਿੱਧਾ ਜਿਹੜਾ ਹੈਗਾ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਕੇਸ ਕਰ ਸਕਦੇ ਹੋ, ਠੀਕ ਹੈ, ਜਾਂ ਆਪਣੀ ਸੁਣਵਾਈ ਜਿਹੜੀ ਹੈ ਉੱਥੇ ਕਰਵਾ ਸਕਦੇ ਹੋ। ਤਾਂ ਇਸ ਨੂੰ ਜਿਹੜਾ ਹੈ ਡਾਕਟਰ BR ਅੰਬੇਦਕਰ ਜੀ ਦੁਆਰਾ ਆਰਟੀਕਲ ਨੰਬਰ 32 ਨੂੰ ਹਾਰਟ ਐਂਡ ਸੋਲ ਆਫ ਇੰਡੀਅਨ ਕੌਂਸਟੀਟਿਊਸ਼ਨ ਵੀ ਕਿਹਾ ਗਿਆ ਹੈ। ਮਤਲਬ ਕਿ ਭਾਰਤ ਦੇ ਸੰਵਿਧਾਨ ਦਾ ਦਿਲ ਅਤੇ ਦਿਮਾਗ ਜੋ ਹੈ ਆਰਟੀਕਲ ਨੰਬਰ 32 ਹੈ, ਜਿਹੜਾ ਕਿ ਆਪਣੇ ਫੰਡਾਮੈਂਟਲ ਰਾਈਟਸ ਨੂੰ ਆਪਣੇ ਤੋਂ ਜਿਹੜੇ ਕੀ ਹੈ ਦੂਰ ਨਹੀਂ ਹੋਣ ਦਿੰਦਾ, ਖੋਏ ਨਹੀਂ ਜਾਣ ਦਿੰਦਾ। ਤਾਂ ਅਗਰ ਤੁਸੀਂ ਚੈਨਲ 'ਤੇ ਹਜੇ ਤੱਕ ਜਿਹੜਾ ਹੈਗਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ, ਔਰ ਵੀਡੀਓ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰ ਦੇਣਾ, ਔਰ ਬੈਲ ਆਈਕਨ ਵਾਲੀ ਘੰਟੀ ਨੂੰ ਜ਼ਰੂਰ ਦਬਾ ਲੈਣਾ ਤਾਂ ਕਿ ਆਉਂਦੀ ਜਾਂਦੀ ਹੋਈ ਵੀਡੀਓਜ਼ ਦੀ ਨੋਟੀਫਿਕੇਸ਼ਨ ਜੋ ਤੁਹਾਡੇ ਤੱਕ ਪਹਿਲਾਂ ਪਹੁੰਚਦੀ ਰਹੇ। ਤਾਂ ਚੱਲਦੇ ਹਾਂ ਨੈਕਸਟ ਸਲਾਈਡ 'ਤੇ। ਹੁਣ ਆਪਣੇ ਕੋਲ ਆਉਂਦਾ ਜੀ ਪਾਰਟ ਨੰਬਰ 4, ਜਿਸ ਦੇ ਵਿੱਚ ਆਪਾਂ ਗੱਲ ਕਰਦੇ ਹਾਂ DPSP ਦੀ। DPSP ਕੀ ਹੁੰਦੀ ਹੈ, ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ। ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ, ਜਿਸ ਦੇ ਵਿੱਚ ਆਪਣੇ ਆਰਟੀਕਲ ਨੰਬਰ 36 ਤੋਂ ਲੈ ਕੇ ਆਰਟੀਕਲ ਨੰਬਰ 51 ਤੱਕ ਜਿਹੜੇ ਨੇ ਉਹ ਆਪਣੇ ਕੋਲ DPSP ਦੇ ਵਿੱਚ ਆਉਂਦੇ ਨੇ। ਤਾਂ ਇਹ DPSP ਆਪਾਂ ਕਿਹੜੇ ਦੇਸ਼ ਦੇ ਸੰਵਿਧਾਨ ਤੋਂ ਆਪਣੇ ਸੰਵਿਧਾਨ ਦੇ ਵਿੱਚ ਐਡ ਕੀਤੀ ਸੀ, ਤਾਂ ਇਹ ਕੀਤੀ ਸੀ ਆਪਣੀ ਜੀ ਆਇਰਲੈਂਡ ਤੋਂ। ਆਇਰਲੈਂਡ ਦੇ ਸੰਵਿਧਾਨ ਤੋਂ DPSP ਆਪਣੇ ਸੰਵਿਧਾਨ ਦੇ ਅੰਦਰ ਐਡ ਕੀਤੀ ਗਈ ਸੀ। ਤਾਂ ਇਹਦੇ ਵਿੱਚ ਆਪਾਂ ਗੱਲ ਕਰਾਂਗੇ ਇੰਪੋਰਟੈਂਟ ਜਿਹੜੇ ਆਰਟੀਕਲਸ ਨੇ ਆਪਣੇ, ਉਹਨਾਂ ਦੇ ਵਿੱਚ ਪਹਿਲਾ ਆਰਟੀਕਲ ਜਿਵੇਂ ਕਿ ਆ ਜਾਂਦੇ ਨੇ 39A। ਤਾਂ 39A ਦੇ ਅੰਦਰ ਜਿਹੜਾ ਹੈ ਆਪਣੇ ਕੋਲ ਲਿਖਿਆ ਗਿਆ ਹੈ ਇਕੁਅਲ ਜਸਟਿਸ ਐਂਡ ਫ੍ਰੀ ਲੀਗਲ ਏਡ। ਇਕੁਅਲ ਜਸਟਿਸ ਐਂਡ ਫ੍ਰੀ ਲੀਗਲ ਏਡ ਤਾਂ ਮਤਲਬ ਕਿ ਸਭ ਨੂੰ ਜਿਹੜੀ ਹੈ ਬਰਾਬਰ ਦਾ ਨਿਆਂ ਜਿਹੜਾ ਹੈ ਉਹ ਦਿੱਤਾ ਜਾਏਗਾ, ਠੀਕ ਹੈ। ਫਿਰ ਆਪਣੇ ਕੋਲ ਆਉਂਦਾ ਜੀ ਆਰਟੀਕਲ ਨੰਬਰ 39D, ਮਤਲਬ ਕਿ ਇਕੁਅਲ ਵਰਕ ਐਂਡ ਇਕੁਅਲ ਪੇ ਫॉर ਮੈਨ ਔਰ ਵੂਮੈਨ। ਇਕੁਅਲ ਵਰਕ ਐਂਡ ਇਕੁਅਲ ਪੇ ਫॉर ਮੈਨ ਐਂਡ ਵੂਮਨ, ਅਗਰ ਕੋਈ ਵੀ ਆਦਮੀ ਅਤੇ ਔਰਤ ਇੱਕੋ ਜਿਹਾ ਕੰਮ ਕਰ ਰਹੇ ਹਨ, ਇੱਕੋ ਟਾਈਮ 'ਤੇ ਕੰਮ ਕਰ ਰਹੇ ਹਨ, ਠੀਕ ਹੈ, ਇੱਕੋ ਜਿੰਨਾ ਕੰਮ ਕਰ ਰਹੇ ਤਾਂ ਉਹਨਾਂ ਨੂੰ ਇਕੁਅਲ ਪੇ ਵੀ ਦਿੱਤੀ ਜਾਏਗੀ, ਚਾਹੇ ਉਹ ਮਰਦ ਹੈ ਜਾਂ ਔਰਤ ਹੈ, ਠੀਕ ਹੈ, ਚਾਹੇ ਉਹ ਮੈਨ ਹੈ ਜਾਂ ਵੂਮੈਨ ਹੈ। ਅਗਰ ਉਹ ਇੱਕੋ ਜਿਹੜਾ ਹੈ ਵਰਕ ਕਰ ਰਹੇ ਨੇ, ਠੀਕ ਹੈ, ਇੱਕੋ ਟਾਈਮ ਤੱਕ ਕਰ ਰਹੇ ਨੇ, ਠੀਕ ਹੈ, ਉਹਨਾਂ ਹੀ ਵਰਕ ਮੈਨ ਕਰ ਰਹੇ, ਉਹਨਾਂ ਵੂਮਨ ਕਰ ਰਹੇ, ਤਾਂ ਉਹਨਾਂ ਨੂੰ ਇਕੁਅਲ ਜਿਹੜਾ ਹੈਗਾ ਪੇ ਵੀ ਦਿੱਤੀ ਜਾਏਗੀ, ਕੋਈ ਵੀ ਭੇਦਭਾਵ ਇਹਦੇ ਵਿੱਚ ਨਹੀਂ ਕੀਤਾ ਜਾਏਗਾ। ਨੈਕਸਟ ਆਪਣੇ ਕੋਲ ਆਉਂਦਾ ਆਰਟੀਕਲ ਨੰਬਰ 40। ਤਾਂ ਆਰਟੀਕਲ ਨੰਬਰ 40 ਦੇ ਵਿੱਚ ਆਪਣੇ ਕੋਲ ਲਿਖਿਆ ਹੈ ਟੂ ਆਰਗੇਨਾਈਜ਼ ਵਿਲੇਜ ਪੰਚਾਇਤ।
ਮਤਲਬ ਕਿ ਪੰਚਾਇਤਾਂ ਦਾ ਗਠਨ। ਤਾਂ ਪੰਚਾਇਤਾਂ ਜਿਹੜੀਆਂ ਨੇ ਕਿਹਦੇ ਵਿੱਚ ਆਰਗੇਨਾਈਜ਼ ਬਣਾਈਆਂ ਜਾਂਦੀਆਂ ਨੇ, ਉਹ ਆਪਣੇ ਕੋਲ ਆ ਜਾਂਦਾ ਜੀ ਆਰਟੀਕਲ ਨੰਬਰ 40 ਦੇ ਵਿੱਚ ਆਪਣੇ ਕੋਲ ਪੰਚਾਇਤਾਂ ਆ ਜਾਂਦੀਆਂ ਹਨ। ਨੈਕਸਟ ਹੈ ਆਰਟੀਕਲ ਆਪਣੇ ਕੋਲ ਰਾਈਟ ਟੂ ਵਰਕ। ਤਾਂ ਆਰਟੀਕਲ ਨੰਬਰ 41 ਦੇ ਵਿੱਚ ਆਪਾਂ ਨੂੰ ਦਿੱਤਾ ਗਿਆ ਹੈ ਰਾਈਟ ਟੂ ਵਰਕ, ਮਤਲਬ ਕਿ ਕੰਮ ਕਰਨ ਦਾ ਅਧਿਕਾਰ, ਕੰਮ ਕਰਨ ਦਾ ਅਧਿਕਾਰ। ਤਾਂ ਨੈਕਸਟ ਆਰਟੀਕਲ ਹੈ ਆਪਣੇ ਕੋਲ ਆਰਟੀਕਲ ਨੰਬਰ 43। ਆਰਟੀਕਲ ਨੰਬਰ 43 ਦੇ ਵਿੱਚ ਆਪਣੇ ਕੋਲ ਲਿਖਿਆ ਹੋਇਆ ਹੈ ਲਿਵਿੰਗ ਵੇਜਸ ਫੋਰ ਵਰਕਰਸ, ਮਤਲਬ ਕਿ ਜਿਉਣ ਜੋਗੀ ਦਿਹਾੜੀ, ਜਿਉਣ ਜੋਗੀ ਦਿਹਾੜੀ ਉਹਨਾਂ ਦੇ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਨਾਲ ਜਿਹੜਾ ਕੀ ਹੈ ਜਿੰਨੇ ਵੀ ਉਹਨਾਂ ਦੀ ਦਿਹਾੜੀ ਬਣਦੀ ਹੈ ਤਾਂ ਉਸ ਨੂੰ ਜੋ ਹੈ ਇਹਦੇ ਵਿੱਚ ਐਡ ਕੀਤਾ ਗਿਆ ਆਰਟੀਕਲ ਨੰਬਰ 43 ਦੇ ਵਿੱਚ, ਯਾਨੀ ਲਿਵਿੰਗ ਵੇਜਸ ਫੋਰ ਵਰਕਰਸ, ਜਿਉਣ ਜੋਗੀ ਦਿਹਾੜੀ। ਤਾਂ ਚੱਲਦੇ ਹਾਂ ਨੈਕਸਟ ਸਲਾਈਡ 'ਤੇ ਔਰ ਆਪਣੇ ਨੈਕਸਟ ਆਰਟੀਕਲ 'ਤੇ, ਜਿਹੜਾ ਕੀ ਹੈ ਆਰਟੀਕਲ ਨੰਬਰ 44। ਤਾਂ ਇਸ ਦੇ ਵਿੱਚ ਆਪਣੇ को ਦਿੱਤਾ ਹੈ ਯੂਨੀਫਾਰਮ ਸਿਵਲ ਕੋਡ। ਤਾਂ ਆਰਟੀਕਲ ਨੰਬਰ 44 जो है इस ਆਪਾਂ ਨੂੰ ਦਿੱਤਾ ਹੋਇਆ ਸਿਵਲ ਕੋਡ। ਸਿਵਲ ਕੋਡ ਯਾਨੀ ਕਿ ਅਗਰ ਕੋਈ ਵੀ ਸਰਕਾਰੀ ਸੰਸਥਾ ਹੈ ਜਾਂ ਫਿਰ ਐਜੂਕੇਸ਼ਨ ਨਾਲ ਰਿਲੇਟਡ ਹੈ ਜਾਂ ਫਿਰ ਹੋਰ ਕਿਸੇ ਵੀ ਡਿਪਾਰਟਮੈਂਟ ਨਾਲ ਰਿਲੇਟਡ ਹੈ ਤਾਂ ਉੱਥੇ ਕੀ ਹੁੰਦੀ ਹੈ ਜੀ ਯੂਨੀਫਾਰਮ ਸਿਵਲ ਕੋਡ ਹੁੰਦਾ ਕੋਈ ਨਾ ਕੋਈ, ਠੀਕ ਹੈ। ਯੂਨੀਫਾਰਮ ਸਿਵਲ ਕੋਡ ਹੁੰਦਾ ਕੋਈ ਨਾ ਕੋਈ, ਜਿਵੇਂ ਕਿ ਆਪਾਂ ਸਕੂਲਸ ਦੇ ਵਿੱਚ ਦੇਖੀਏ ਤਾਂ ਸਾਰੇ ਬੱਚੇ ਹੁੰਦੇ ਨੇ ਪੜ੍ਹਨ ਵਾਲੇ ਜਿਹੜੇ, ਉਹਨਾਂ ਦੀ ਯੂਨੀਫਾਰਮ ਜਿਹੜੀ ਹੁੰਦੀ ਹੈ ਇੱਕੋ ਜਿਹੀ ਹੁੰਦੀ ਹੈ। ਅਗਰ ਕੋਈ ਗੌਰਮੈਂਟ ਜੋਬ 'ਤੇ ਹੈ, ਠੀਕ ਹੈ, ਜਾਂ ਕੋਈ ਪੁਲਿਸ ਦੇ ਵਿੱਚ ਹੈ ਜਾਂ ਕੋਈ ਆਰਮੀ ਦੇ ਵਿੱਚ ਹੈ ਤਾਂ ਉਹਨਾਂ ਦੀ ਵੀ ਜਿਹੜੀ ਯੂਨੀਫਾਰਮ ਹੁੰਦੀ ਹੈ ਸਭ ਦੀ ਇੱਕ ਜੈਸੀ ਹੁੰਦੀ ਹੈ। ਤਾਂ ਉਹ ਜਿਹੜਾ ਯੂਨੀਫਾਰਮ ਸਿਵਲ ਕੋਡ ਹੁੰਦਾ ਉਹ ਆਪਣੇ ਕੋਲ ਆਰਟੀਕਲ ਨੰਬਰ 44 ਦੇ ਵਿੱਚ ਆਉਂਦਾ। ਤਾਂ ਨੈਕਸਟ ਜੋ ਹੈ ਆਰਟੀਕਲ ਨੰਬਰ ਆਪਣੇ ਕੋਲ ਆਉਂਦਾ ਹੈ ਆਰਟੀਕਲ ਨੰਬਰ 47, ਜਿਹਦੇ ਵਿੱਚ ਲਿਖਿਆ ਹੋਇਆ ਡਿਊਟੀ ਆਫ ਸਟੇਟ ਟੂ ਇੰਪਰੂਵ ਦੀ ਹੈਲਥ ਆਫ ਸਿਟੀਜ਼ਨਸ। ਮਤਲਬ ਕਿ ਇਹਦੇ ਵਿੱਚ ਲਿਖਿਆ ਹੋਇਆ ਹੈ ਕਿ ਜਿਹੜੀ ਸਟੇਟ ਹੁੰਦੀ ਹੈ ਕੋਈ ਵੀ ਆਪਣੇ ਇੰਡੀਆ ਦੇ ਵਿੱਚ ਜਿਹੜੀਆਂ ਵੀ ਸਟੇਟਸ ਨੇ ਤਾਂ ਉਹਨਾਂ ਸਟੇਟ ਦੀ ਇਹ ਡਿਊਟੀ ਹੈ, ਉਹਨਾਂ ਦਾ ਇਹ ਹੱਕ ਬਣਦਾ ਹੈ, ਠੀਕ ਹੈ, ਕਿ ਉਹ ਆਪਣੇ ਸਿਟੀਜ਼ਨਸ ਦੀ, ਉੱਥੋਂ ਦੇ ਰਹਿਣ ਵਾਲੇ ਲੋਕਾਂ ਦੀ ਉਸ ਸਟੇਟ ਦੇ ਵਿੱਚ ਉਹਨਾਂ ਦੀ ਜਿਹੜੀ ਹੈ ਉਹ ਹੈਲਥ ਦਾ ਧਿਆਨ ਰੱਖਣਾ ਔਰ ਉਸ ਨੂੰ ਇੰਪਰੂਵ ਕਰਨਾ, ਬੈਟਰ ਕਰਨਾ ਪਹਿਲਾਂ ਨਾਲੋਂ। ਤਾਂ ਨੈਕਸਟ ਹੈ ਆਪਣੇ ਕੋਲ ਆਰਟੀਕਲ ਨੰਬਰ 48। ਆਰਟੀਕਲ ਨੰਬਰ 48 ਆਪਣੇ ਕੋਲ ਆ ਜਾਂਦਾ ਜੀ ਐਗਰੀਕਲਚਰ ਐਂਡ ਐਨੀਮਲ ਹਸਬੈਂਡਰੀ ਦੇ ਨਾਲ ਇਹ ਰਿਲੇਟਡ ਹੈ। ਆਰਟੀਕਲ ਨੰਬਰ 48 ਜਿਹੜਾ ਹੈ ਆਪਣੇ ਕੋਲ ਉਹ ਐਗਰੀਕਲਚਰ ਐਂਡ ਐਨੀਮਲ ਹਸਬੈਂਡਰੀ ਦੇ ਨਾਲ ਰਿਲੇਟਡ ਹੈ। ਨੈਕਸਟ ਆਪਣੇ ਕੋਲ ਆਰਟੀਕਲ ਨੰਬਰ ਆ ਜਾਂਦਾ ਆਰਟੀਕਲ ਨੰਬਰ 51, ਜਿਹਦੇ ਵਿੱਚ ਲਿਖਿਆ ਹੋਇਆ ਪ੍ਰਮੋਸ਼ਨ ਆਫ ਇੰਟਰਨੈਸ਼ਨਲ ਪੀਸ ਐਂਡ ਸਿਕਿਉਰਿਟੀ, ਯਾਨੀ ਕਿ ਪੀਸ ਐਂਡ ਸਿਕਿਉਰਿਟੀ ਸ਼ਾਂਤੀ ਅਤੇ ਸੁਰੱਖਿਆ, ਸ਼ਾਂਤੀ ਅਤੇ ਸੁਰੱਖਿਆ ਜਿਹੜੀ ਹੈ ਉਹ ਕਿਹਦੇ ਵਿੱਚ ਆਪਣੇ ਕੋਲ ਆਰਟੀਕਲ ਨੰਬਰ 51 ਦੇ ਵਿੱਚ ਹੈ। ਤਾਂ ਨੈਕਸਟ ਸਲਾਈਡ 'ਤੇ ਚੱਲਦੇ ਹਾਂ ਨੈਕਸਟ ਪਾਰਟ ਦੇ ਨਾਲ। ਤਾਂ ਪਾਰਟ ਨੰਬਰ ਆਪਣੇ ਕੋਲ ਸ਼ੁਰੂ ਹੋ ਜਾਂਦਾ ਜੀ ਪਾਰਟ ਨੰਬਰ 4। ਤਾਂ ਪਾਰਟ ਨੰਬਰ 4 ਦੇ ਵਿੱਚ ਅਗਰ ਆਪਾਂ ਦੇਖੀਏ ਤਾਂ ਪਾਰਟ ਨੰਬਰ 4 ਦੇ ਵਿੱਚ ਆਪਣੇ ਕੋਲ ਆਰਟੀਕਲ ਜਿਹੜੇ ਆਪਾਂ ਨੂੰ ਮਿਲਦੇ ਨੇ ਉਹ ਆਪਣੇ ਕੋਲ ਮਿਲਦੇ ਨੇ, ਇਹ ਹੈ ਆਪਣੇ ਕੋਲ ਪਾਰਟ ਨੰਬਰ 4A। ਤਾਂ ਪਾਰਟ ਨੰਬਰ 4A ਦੇ ਵਿੱਚ ਆਪਣੇ ਕੋਲ ਸਿਰਫ ਇੱਕੋ ਜਿਹੜਾ ਹੈ ਆਰਟੀਕਲ ਹੈ 51A। ਤਾਂ ਇਹ ਪਾਰਟ ਨੰਬਰ 4 ਵੀ ਅਮੈਂਡਮੈਂਟ ਦੇ ਨਾਲ ਐਡ ਕੀਤਾ ਗਿਆ ਸੀ, ਜਿਸ ਦੇ ਵਿੱਚ ਆਪਣੇ ਕੋਲ 51 ਨੰਬਰ ਆਰਟੀਕਲ ਜਿਹੜਾ ਹੈ 51A ਇਸ ਨੂੰ ਐਡ ਕੀਤਾ ਗਿਆ ਸੀ, ਠੀਕ ਹੈ, ਇਸ ਨੂੰ ਐਡ ਕੀਤਾ ਗਿਆ ਸੀ, ਜਿਸ ਦੇ ਵਿੱਚ ਆਪਣੇ ਕੋਲ ਕੀਤੀਆਂ ਗਈਆਂ ਸੀ ਫੰਡਾਮੈਂਟਲ ਡਿਊਟੀਜ਼ ਐਡ ਕੀਤੀਆਂ ਗਈਆਂ ਸੀ 51A ਦੇ ਅੰਦਰ। ਤਾਂ ਕਿਹੜੀ ਅਮੈਂਡਮੈਂਟ ਦੇ ਤਹਿਤ ਇਹ 51A ਐਡ ਕੀਤਾ ਗਿਆ ਸੀ? 42 ਨੰਬਰ ਅਮੈਂਡਮੈਂਟ ਦੇ ਵਿੱਚ ਜਿਹੜਾ ਸੀ ਫੰਡਾਮੈਂਟਲ ਡਿਊਟੀਜ਼ ਨੂੰ ਐਡ ਕੀਤਾ ਗਿਆ ਸੀ ਔਰ ਇਸ ਨੂੰ ਫੰਡਾਮੈਂਟਲ ਡਿਊਟੀਜ਼ ਜਿਹੜੀਆਂ ਨੇ ਇਸ ਨੂੰ ਆਪਣੇ ਸੰਵਿਧਾਨ ਦਾ ਮਿਨੀ ਕੌਨਸਟੀਟਿਊਸ਼ਨ, ਮਤਲਬ ਕਿ ਜਿਵੇਂ ਆਪਣੇ ਸੰਵਿਧਾਨ ਦੇ ਵਿੱਚ ਪੂਰਾ ਸਭ ਕੁਝ ਲਿਖਿਆ ਹੋਇਆ ਹੈ ਤਾਂ ਉਸੇ ਤਰੀਕੇ ਨਾਲ ਅਗਰ ਆਪਣੀਆਂ ਫੰਡਾਮੈਂਟਲ ਡਿਊਟੀਜ਼ ਨੂੰ ਦੇਖਿਆ ਜਾਵੇ ਕਿ ਆਪਣੇ ਕੀ ਆਪਣੇ ਫਰਜ਼ ਬਣਦੇ ਨੇ ਆਪਣੇ ਦੇਸ਼ ਦੇ ਪ੍ਰਤੀ, ਠੀਕ ਹੈ, ਤਾਂ ਉਹ ਸਭ ਕੁਝ ਕੀ ਹੈ ਉਹ ਫੰਡਾਮੈਂਟਲ ਡਿਊਟੀ ਦੇ ਵਿੱਚ ਲਿਖਿਆ ਹੋਇਆ ਹੈ, ਇਸੇ ਲਈ ਇਸ ਨੂੰ ਮਿਨੀ ਕੌਨਸਟੀਟਿਊਸ਼ਨ ਆਫ ਇੰਡੀਆ ਵੀ ਕਿਹਾ ਜਾਂਦਾ ਹੈ। ਤਾਂ ਇਹ ਜਿਹੜਾ ਫੰਡਾਮੈਂਟਲ ਡਿਊਟੀ ਸੀ ਇਹਨਾਂ ਨੂੰ ਸੰਵਿਧਾਨ ਦੇ ਵਿੱਚ ਐਡ ਕਰਨ ਦੀ ਜਿਹੜੀ ਸੀਗੀ ਉਹ ਸਲਾਹ ਕਿਸ ਨੇ ਦਿੱਤੀ ਸੀ ਜਾਂ ਕਿਸ ਨੇ ਕਿਹਾ ਸੀ? ਤਾਂ ਉਹ ਕੀਤਾ ਗਿਆ ਸੀ ਜੀ ਸਵਰਨ ਸਿੰਘ ਕਮੇਟੀ ਦੁਆਰਾ, ਜਿਹੜਾ ਸੀਗਾ ਕਿਹਾ ਗਿਆ ਸੀ, ਸਲਾਹ ਦਿੱਤੀ ਗਈ ਸੀ ਕਿ ਫੰਡਾਮੈਂਟਲ ਡਿਊਟੀਜ਼ ਨੂੰ ਜਿਹੜਾ ਹੈ ਸੰਵਿਧਾਨ ਦੇ ਵਿੱਚ ਐਡ ਕਰਨਾ ਚਾਹੀਦਾ ਹੈ। ਤਾਂ ਨੈਕਸਟ ਕੁਐਸਚਨ 'ਤੇ ਚੱਲਦੇ ਹਾਂ, ਯਾਨੀ ਕਿ ਨੈਕਸਟ ਸਲਾਈਡ ਆਪਣੇ ਕੋਲ ਹੈ। ਤਾਂ ਪਾਰਟ ਨੰਬਰ ਆਪਣਾ ਸ਼ੁਰੂ ਹੁੰਦਾ ਜੀ ਪਾਰਟ ਨੰਬਰ 5। ਤਾਂ ਪਾਰਟ ਨੰਬਰ 5 ਜੋ ਹੈ ਆਪਣੇ ਅਗਲੇ ਵੇ ਆ ਜਾਂਦਾ ਹੈ। ਪਾਰਟ ਨੰਬਰ 5 ਦੇ ਵਿੱਚ ਕਰਾਂਗੇ ਜਿਹੜੇ ਆਪਣੇ ਕੋਲ ਮੋਸਟ ਇੰਪੋਰਟੈਂਟ ਆਰਟੀਕਲਸ ਹੋਣਗੇ ਜਿਨ੍ਹਾਂ ਦੇ ਵਿੱਚ ਪੇਪਰ ਦੇ ਵਿੱਚ ਆਉਣ ਦੇ ਬਹੁਤ ਹੀ ਜ਼ਿਆਦਾ ਚਾਂਸਿਸ ਹੁੰਦੇ ਨੇ, ਤਾਂ ਆਪਾਂ ਉਹਨਾਂ ਨੂੰ ਕਰਾਂਗੇ ਸਿਰਫ, ਠੀਕ ਹੈ। ਤਾਂ ਪਹਿਲਾਂ ਕਰਦੇ ਆਪਾਂ ਆਰਟੀਕਲ ਨੰਬਰ 52। ਆਰਟੀਕਲ ਨੰਬਰ 52 ਦੇ ਵਿੱਚ ਆਪਣੇ ਕੋਲ ਲਿਖਿਆ ਹੋਇਆ ਦੀ ਪ੍ਰੈਜ਼ੀਡੈਂਟ ਆਫ ਇੰਡੀਆ, ਮਤਲਬ ਕਿ ਭਾਰਤ ਦਾ ਇੱਕ ਪ੍ਰੈਜ਼ੀਡੈਂਟ ਹੋਵੇਗਾ, ਭਾਰਤ ਦਾ ਇੱਕ ਰਾਸ਼ਟਰਪਤੀ ਹੋਵੇਗਾ। ਫਿਰ ਆਉਂਦਾ ਹੈ ਆਪਣੇ ਕੋਲ ਆਰਟੀਕਲ ਨੰਬਰ 53। ਤਾਂ ਆਰਟੀਕਲ ਨੰਬਰ 53 ਦੇ ਆਪਣੇ ਕੋਲ ਲਿਖਿਆ ਹੋਇਆ ਪਾਵਰ ਆਫ ਪ੍ਰੈਜ਼ੀਡੈਂਟ, ਮਤਲਬ ਕਿ ਪ੍ਰੈਜ਼ੀਡੈਂਟ ਦੇ ਕੋਲ ਕਿਹੜੀਆਂ ਪਾਵਰਸ ਹੋਣਗੀਆਂ, ਠੀਕ ਹੈ, ਯਾਨੀ ਕਿ ਉਹ ਐਗਜ਼ੀਕਿਊਟਿਵ ਹੈੱਡ ਹੁੰਦਾ ਹੈ, ਕਿਸੇ ਨੂੰ ਵੀ ਅਪੋਇੰਟ ਕਰਨ ਦੀ ਸ਼ਕਤੀ ਜਿਹੜੀ ਹੁੰਦੀ ਹੈ, ਮਤਲਬ ਕਿ ਜਿਹਨੂੰ ਅਪੋਇੰਟ ਕਰਨ ਦੀ ਸ਼ਕਤੀ ਜੋ ਹੈ, ਠੀਕ ਹੈ, ਪਾਰਲੀਮੈਂਟ ਜਿਸ ਨੂੰ ਅਪੋਇੰਟ ਕਰ ਸਕਦਾ ਹੈ, ਪ੍ਰੈਜ਼ੀਡੈਂਟ ਜਿਸ ਨੂੰ ਅਪੋਇੰਟ ਕਰ ਸਕਦਾ ਹੈ, ਉਹ ਸਾਰਾ ਕੁਝ ਕਿਹਦੇ ਵਿੱਚ ਲਿਖਿਆ ਗਿਆ ਹੈ? ਆਰਟੀਕਲ ਨੰਬਰ 53 ਦੇ ਵਿੱਚ ਲਿਖਿਆ ਗਿਆ ਹੈ, ਕਿਉਂਕਿ ਇਸ ਦੇ ਵਿੱਚ ਲਿਖੀਆਂ ਹੋਈਆਂ ਨੇ ਉਸਦੀਆਂ ਪਾਵਰ ਆਫ ਪ੍ਰੈਜ਼ੀਡੈਂਟ, ਠੀਕ ਹੈ, ਪ੍ਰੈਜ਼ੀਡੈਂਟ ਦੀਆਂ ਪਾਵਰਸ ਲਿਖੀਆਂ ਹੋਈਆਂ ਨੇ। ਨੈਕਸਟ ਆਪਣੇ ਕੋਲ ਆਉਂਦਾ ਜੀ ਆਰਟੀਕਲ ਨੰਬਰ
54 ਜਿਸ ਦੇ ਵਿੱਚ ਲਿਖਿਆ ਹੋਇਆ ਇਲੈਕਸ਼ਨ ਆਫ ਪ੍ਰੈਜ਼ੀਡੈਂਟ, ਮਤਲਬ ਕਿ ਪ੍ਰੈਜ਼ੀਡੈਂਟ ਦਾ ਜਿਹੜਾ ਇਲੈਕਸ਼ਨ ਹੁੰਦਾ ਹੈ ਕਿਸ ਤਰੀਕੇ ਦੇ ਨਾਲ ਹੁੰਦਾ ਹੈ, ਠੀਕ ਹੈ, ਉਹ ਸਾਰਾ ਕੁਝ ਕਿਹਦੇ ਵਿੱਚ ਲਿਖਿਆ ਗਿਆ, ਆਰਟੀਕਲ ਨੰਬਰ 54 ਦੇ ਵਿੱਚ ਲਿਖਿਆ ਗਿਆ ਹੈ। ਨੈਕਸਟ ਆਪਣੇ ਕੋਲ ਆਉਂਦਾ ਜੀ ਆਰਟੀਕਲ ਨੰਬਰ 56 ਜਿਸ ਦੇ ਵਿੱਚ ਲਿਖਿਆ ਹੋਇਆ ਪ੍ਰੈਜ਼ੀਡੈਂਟਸ ਟੈਨਿਓਰ, ਟੈਨਿਓਰ ਯਾਨੀ ਕਿ ਕਾਰਜਕਾਲ, ਪ੍ਰੈਜ਼ੀਡੈਂਟ ਦਾ ਕਾਰਜਕਾਲ ਕਿੰਨਾ ਹੁੰਦਾ ਹੈ, 5 ਸਾਲ ਦਾ। 5 ਸਾਲ ਦਾ ਕਾਰਜਕਾਲ ਹੁੰਦਾ, ਮਤਲਬ ਕਿ 5 ਸਾਲ ਤੱਕ ਜਿਹੜਾ ਹੁੰਦਾ ਹੈ ਪ੍ਰੈਜ਼ੀਡੈਂਟ ਜਿਹੜਾ ਹੁੰਦਾ ਹੈ ਆਪਣੇ ਅਹੁਦੇ 'ਤੇ ਕੰਮ ਕਰਦਾ ਹੈ। ਤਾਂ ਨੈਕਸਟ ਸਲਾਈਡ ਦੇ ਵਿੱਚ ਆਪਣੇ ਕੋਲ ਆਰਟੀਕਲ ਨੰਬਰ 60, ਤਾਂ ਆਰਟੀਕਲ ਨੰਬਰ 60 ਦੇ ਵਿੱਚ ਆਪਣੇ ਕੋਲ ਲਿਖੀ ਹੋਈ ਹੈ ਓਥ ਯਾਨੀ ਕਿ ਸਹੁੰ। ਤਾਂ ਆਰਟੀਕਲ ਨੰਬਰ 60 ਦੇ ਵਿੱਚ ਜਿਹੜੀ ਹੁੰਦੀ ਹੈ ਪ੍ਰੈਜ਼ੀਡੈਂਟ ਨੂੰ ਸਹੁੰ ਚੁਕਾਈ ਜਾਂਦੀ ਹੈ, ਔਰ ਪ੍ਰੈਜ਼ੀਡੈਂਟ ਨੂੰ ਸਹੁੰ ਕੌਣ ਚੁਕਾਉਂਦਾ ਹੈ, ਪ੍ਰੈਜ਼ੀਡੈਂਟ ਨੂੰ ਸਹੁੰ ਚੁਕਾਉਂਦਾ ਹੈ ਜੀ CJI। CJI ਕੌਣ ਹੁੰਦਾ ਹੈ, CJI ਹੁੰਦਾ ਹੈ ਚੀਫ ਜਸਟਿਸ ਆਫ ਇੰਡੀਆ, ਯਾਨੀ ਕਿ ਸੁਪਰੀਮ ਕੋਰਟ ਦਾ ਮੁੱਖ ਜੱਜ, ਯਾਨੀ ਕਿ ਸੁਪਰੀਮ ਕੋਰਟ ਦਾ ਜਿਹੜਾ ਚੀਫ ਜੱਜ ਹੁੰਦਾ ਹੈ ਉਹ ਪ੍ਰੈਜ਼ੀਡੈਂਟ ਨੂੰ ਸਹੁੰ ਚੁਕਾਉਂਦਾ ਹੈ। ਨੈਕਸਟ ਹੈ ਆਪਣੇ ਕੋਲ ਆਰਟੀਕਲ ਨੰਬਰ 61। ਆਰਟੀਕਲ ਨੰਬਰ 61 ਜੋ ਹੈ ਉਸ ਦੇ ਵਿੱਚ ਹੈ ਆਪਣੇ ਕੋਲ ਇੰਪੀਚਮੈਂਟ ਆਫ ਦੀ ਪ੍ਰੈਜ਼ੀਡੈਂਟ, ਮਤਲਬ ਕਿ ਪ੍ਰੈਜ਼ੀਡੈਂਟ 'ਤੇ ਲਗਾਇਆ ਗਿਆ ਮਹਾਦੋਸ਼, ਅਗਰ ਪ੍ਰੈਜ਼ੀਡੈਂਟ ਨੂੰ ਉਸਦੇ ਅਹੁਦੇ ਤੋਂ ਹਟਾਉਣਾ ਹੋਵੇ, ਠੀਕ ਹੈ, ਉਸ ਦੇ ਉੱਪਰ ਕੋਈ ਵੀ ਮਹਾਦੋਸ਼ ਲਗਾਇਆ ਜਾਂਦਾ, ਉਸਦੀ ਇੰਪੀਚਮੈਂਟ ਕੀਤੀ ਜਾਂਦੀ ਹੈ, ਉਹ ਆਪਣੇ ਕੋਲ ਲਿਖਿਆ ਹੋਇਆ ਜੀ ਆਰਟੀਕਲ ਨੰਬਰ 61 ਦੇ ਅੰਦਰ, ਠੀਕ ਹੈ। ਤਾਂ ਨੈਕਸਟ 'ਤੇ ਚੱਲਦੇ ਹਾਂ। ਨੈਕਸਟ ਆਰਟੀਕਲ ਹੈ ਆਪਣੇ ਕੋਲ ਆਰਟੀਕਲ ਨੰਬਰ 63। ਤਾਂ ਆਰਟੀਕਲ ਨੰਬਰ 63 ਜੋ ਹੈ ਇਹ ਆਪਾਂ ਨੂੰ ਕੀ ਕਹਿੰਦਾ ਹੈ, ਦੀ ਵਾइस ਪ੍ਰੈਜ਼ੀਡੈਂਟ ਆਫ ਇੰਡੀਆ, ਮਤਲਬ ਕਿ ਭਾਰਤ ਦਾ ਇੱਕ ਵਾइस ਪ੍ਰੈਜ਼ੀਡੈਂਟ ਵੀ ਹੋਏਗਾ। ਵਾइस ਪ੍ਰੈਜ਼ੀਡੈਂਟ ਯਾਨੀ ਕਿ ਉਪ ਰਾਸ਼ਟਰਪਤੀ, ਉਪ ਰਾਸ਼ਟਰਪਤੀ। ਔਰ ਨੈਕਸਟ ਆਪਣੇ ਕੋਲ ਹੈ ਆਰਟੀਕਲ ਨੰਬਰ 66 ਜਿਹਦੇ ਵਿੱਚ ਲਿਖਿਆ ਹੋਇਆ ਇਲੈਕਸ਼ਨ ਆਫ ਦੀ ਵਾइस ਪ੍ਰੈਜ਼ੀਡੈਂਟ, ਇਲੈਕਸ਼ਨ ਆਫ ਦੀ ਵਾइस ਪ੍ਰੈਜ਼ੀਡੈਂਟ, ਮਤਲਬ ਕਿ ਪ੍ਰੈਜ਼ੀਡੈਂਟ ਦੇ ਇਲੈਕਸ਼ਨ ਜਿਹੜੇ ਵਾइस ਪ੍ਰੈਜ਼ੀਡੈਂਟ ਦੇ ਇਲੈਕਸ਼ਨ ਜਿਹੜੇ ਨੇ ਉਹ ਕਿਸ ਤਰੀਕੇ ਨਾਲ ਕਰਵਾਏ ਜਾਣਗੇ, ਉਹ ਆਪਣੇ ਕੋਲ ਲਿਖਿਆ ਹੋਇਆ ਆਰਟੀਕਲ ਨੰਬਰ 66 ਦੇ ਅੰਦਰ। ਨੈਕਸਟ ਆਪਣੇ ਕੋਲ ਆਉਂਦਾ ਆਰਟੀਕਲ ਨੰਬਰ 76। ਆਰਟੀਕਲ ਨੰਬਰ 76 ਦੇ ਵਿੱਚ ਲਿਖਿਆ ਹੋਇਆ ਆਪਣੇ ਕੋਲ ਅਟਾਰਨੀ ਜਨਰਲ ਆਫ ਇੰਡੀਆ, ਅਟਾਰਨੀ ਜਨਰਲ ਆਫ ਇੰਡੀਆ। ਜਿਹੜਾ ਅਟਾਰਨੀ ਜਨਰਲ ਆਫ ਇੰਡੀਆ ਹੁੰਦਾ ਹੈ ਆਪਣੇ ਕੋਲ, ਇਹ ਆਪਣੇ ਕੋਲ ਹੁੰਦਾ ਜੀ ਆਪਣੇ ਪੂਰੇ ਇੰਡੀਆ ਦਾ ਚੀਫ ਆਫ ਜਿਹੜਾ ਹੁੰਦਾ ਹੈ ਇਹ ਹੁੰਦਾ ਹੈ ਹਾਈਐਸਟ ਲਾਅ ਆਫਿਸਰ ਹੁੰਦਾ ਹੈ, ਸੌਰੀ, ਜਿਹੜਾ ਅਟਾਰਨੀ ਜਨਰਲ ਆਫ ਇੰਡੀਆ ਹੁੰਦਾ ਹੈ ਇਹ ਆਪਣੇ ਭਾਰਤ ਦਾ ਹਾਈਐਸਟ ਲਾਅ ਆਫਿਸਰ ਹੁੰਦਾ ਹੈ, ਹਾਈਐਸਟ ਲਾਅ ਆਫਿਸਰ। ਔਰ ਇੱਕ ਐਡਵੋਕੇਟ ਜਨਰਲ ਹੁੰਦਾ ਹੈ, ਐਡਵੋਕੇਟ ਜਨਰਲ ਜਿਹੜਾ ਹੁੰਦਾ ਹੈ ਉਹ ਆਪਣੇ ਕੋਲ ਹਾਈਐਸਟ ਲਾਅ ਆਫਿਸਰ ਹੁੰਦਾ ਹੈ ਜੀ ਸਟੇਟ ਦਾ। ਉਹ ਵੀ ਆਪਾਂ ਅੱਗੇ ਜਾ ਕੇ ਪੜਾਂਗੇ ਕਿ ਕਿਹੜੇ ਆਰਟੀਕਲ ਦੇ ਅੰਦਰ ਆਉਂਦਾ ਹੈ। ਤਾਂ ਇੱਥੇ ਆਪਣੇ ਕੋਲ ਹੈ ਅਟਾਰਨੀ ਜਨਰਲ ਆਫ ਇੰਡੀਆ ਜਿਹੜਾ ਕਿ ਆਪਣੇ ਕੋਲ ਆਰਟੀਕਲ ਨੰਬਰ 76 ਦੇ ਵਿੱਚ ਆਉਂਦਾ ਹੈ, ਔਰ ਇਹ ਹਾਈਐਸਟ ਲਾਅ ਆਫਿਸਰ ਆਫ ਇੰਡੀਆ ਹੁੰਦਾ ਹੈ, ਯਾਨੀ ਕਿ ਸੈਂਟਰਲ ਲੈਵਲ ਦਾ ਆਫਿਸਰ ਲਾਅ ਆਫਿਸਰ ਹੁੰਦਾ ਹੈ। ਇਸ ਨੂੰ ਅਪਾਇੰਟ ਕੌਣ ਕਰਦਾ ਹੈ, ਇਸ ਨੂੰ ਅਪਾਇੰਟ ਕੌਣ ਕਰਦਾ ਹੈ, ਇਸ ਨੂੰ ਅਪਾਇੰਟ ਕਰਦਾ ਹੈ ਜੀ ਪ੍ਰੈਜ਼ੀਡੈਂਟ। ਪ੍ਰੈਜ਼ੀਡੈਂਟ ਇਸ ਨੂੰ ਅਪਾਇੰਟ ਕਰਦਾ ਹੈ ਔਰ ਇਸ ਦਾ ਕਾਰਜਕਾਲ ਹੁੰਦਾ ਹੈ 65 ਸਾਲ। ਇਸ ਦਾ ਕਾਰਜਕਾਲ ਜੋ ਹੁੰਦਾ ਹੈ ਉਹ ਹੁੰਦਾ ਹੈ 65 ਸਾਲ, ਮਤਲਬ ਕਿ ਇਹ 65 ਸਾਲ ਤੱਕ ਆਪਣੀ ਡਿਊਟੀ ਨਿਭਾਉਂਦਾ ਹੈ। ਤਾਂ ਨੈਕਸਟ ਆਰਟੀਕਲ ਹੈ ਆਪਣੇ ਕੋਲ ਆਰਟੀਕਲ ਨੰਬਰ 79 79 ਜਿਸ ਦੇ ਵਿੱਚ ਲਿਖੀ ਹੋਈ ਹੈ ਪਾਰਲੀਮੈਂਟ। ਆਰਟੀਕਲ ਨੰਬਰ 79 ਦੇ ਵਿੱਚ ਹੈ ਆਪਣੇ ਕੋਲ ਪਾਰਲੀਮੈਂਟ, ਪਾਰਲੀਮੈਂਟ ਯਾਨੀ ਕਿ ਲੋਕ ਸਭਾ, ਰਾਜ ਸਭਾ ਔਰ ਪ੍ਰੈਜ਼ੀਡੈਂਟ, ਤਿੰਨਾਂ ਦਾ ਸੁਮੇਲ ਜਿਹੜਾ ਬਣਦਾ ਹੈ ਆਪਣੇ ਕੋਲ, ਉਹ ਆਪਣੇ ਕੋਲ ਬਣ ਜਾਂਦਾ ਹੈ ਜੀ ਪਾਰਲੀਮੈਂਟ। ਜਦੋਂ ਵੀ ਤਿੰਨੋਂ ਮਿਲ ਕੇ ਕੋਈ ਕੰਮ ਕਰਦੇ ਨੇ, ਠੀਕ ਹੈ, ਤਾਂ ਕੀ ਬਣ ਜਾਂਦੀ ਹੈ, ਇੱਕ ਪਾਰਲੀਮੈਂਟ ਬਣ ਜਾਂਦੀ ਹੈ। ਤਾਂ ਨੈਕਸਟ ਕੁਐਸਚਨ ਹੈ ਆਪਣੇ ਕੋਲ ਆਰਟੀਕਲ ਹੈ ਆਰਟੀਕਲ ਨੰਬਰ 80 ਜਿਹਦੇ ਵਿੱਚ ਲਿਖੀ ਹੋਈ ਹੈ ਕੰਪੋਜੀਸ਼ਨ ਆਫ ਰਾਜ ਸਭਾ, ਯਾਨੀ ਕਿ ਆਰਟੀਕਲ ਨੰਬਰ 80 ਦੇ ਵਿੱਚ ਆਪਾਂ ਨੂੰ ਦਿੱਤੀ ਗਈ ਹੈ ਰਾਜ ਸਭਾ। ਔਰ ਨੈਕਸਟ ਆਰਟੀਕਲ ਹੈ ਆਪਣੇ ਕੋਲ ਆਰਟੀਕਲ ਨੰਬਰ 81 ਜਿਸ ਦੇ ਵਿੱਚ ਦਿੱਤੀ ਹੋਈ ਹੈ ਆਪਾਂ ਨੂੰ ਲੋਕ ਸਭਾ, ਯਾਨੀ ਕਿ 79 ਨੰਬਰ ਆਰਟੀਕਲ ਦੇ ਵਿੱਚ ਆਪਣੇ ਕੋਲ ਆ ਗਈ ਸੀ ਪਾਰਲੀਮੈਂਟ ਪੂਰੀ ਦੀ ਪੂਰੀ, ਠੀਕ ਹੈ, ਔਰ 80 ਨੰਬਰ ਆਰਟੀਕਲ ਦੇ ਵਿੱਚ ਆਪਣੇ ਕੋਲ ਆਉਂਦੀ ਹੈ ਰਾਜ ਸਭਾ, ਔਰ 81 ਨੰਬਰ ਦੇ ਵਿੱਚ ਆਪਣੇ ਕੋਲ ਆਉਂਦੀ ਹੈ ਲੋਕ ਸਭਾ। ਤਾਂ ਨੈਕਸਟ ਆਰਟੀਕਲ ਜੋ ਹੈ ਆਪਣੇ ਕੋਲ ਉਹ ਬਣ ਜਾਂਦਾ ਹੈ ਜੀ ਆਰਟੀਕਲ ਨੰਬਰ 93 ਯਾਨੀ ਕਿ 93 ਨੰਬਰ ਆਰਟੀਕਲ ਜਿਹੜਾ ਹੈ ਇਸ ਦੇ ਵਿੱਚ ਆਪਣੇ ਕੋਲ ਲਿਖਿਆ ਹੋਇਆ ਹੈ ਦੀ ਸਪੀਕਰਸ ਔਰ ਐਂਡ ਡਿਪਟੀ ਸਪੀਕਰਸ, ਮਤਲਬ ਕਿ ਜਿਹੜੇ ਸਪੀਕਰਸ ਹੁੰਦੇ ਨੇ ਲੋਕ ਸਭਾ ਦੇ ਜਾਂ ਫਿਰ ਡਿਪਟੀ ਸਪੀਕਰਸ ਹੁੰਦੇ ਨੇ ਉਹ ਆਪਣੇ ਕੋਲ ਕਿਹਦੇ ਅੰਦਰ ਆਉਂਦੇ ਨੇ, ਆਰਟੀਕਲ ਨੰਬਰ 93 ਦੇ ਅੰਦਰ ਆਉਂਦੇ ਹਨ। ਤਾਂ ਨੈਕਸਟ ਆਰਟੀਕਲ ਹੈ ਆਪਣੇ ਕੋਲ ਆਰਟੀਕਲ ਨੰਬਰ 107 ਜਿਹਦੇ ਵਿੱਚ ਆਪਣੇ ਕੋਲ ਲਿਖਿਆ ਹੁੰਦਾ ਜੀ ਆਰਡੀਨਰੀ ਬਿੱਲ। ਤਾਂ ਬਿੱਲ ਜਿਹੜੇ ਹੁੰਦੇ ਨੇ, ਬਿੱਲ ਆਪਣੇ ਕੋਲੇ ਅਲੱਗ-ਅਲੱਗ ਤਰੀਕੇ ਦੇ ਹੁੰਦੇ ਨੇ, ਠੀਕ ਹੈ, ਤਾਂ ਉਹਨਾਂ ਨੂੰ ਆਪਾਂ ਅੱਗੇ ਚੱਲ ਕੇ ਦੇਖਾਂਗੇ ਕਿਸ ਤਰੀਕੇ ਦੇ ਨਾਲ ਹੁੰਦੇ ਨੇ ਬਿੱਲ, ਠੀਕ ਹੈ, ਤਾਂ ਕੌਣ ਉਹਨਾਂ ਨੂੰ ਕਿਵੇਂ ਪਾਸ ਕਰਦਾ ਹੈ ਔਰ ਕਿਸ ਕਿਸ ਤਰੀਕੇ ਦੇ ਨਾਲ ਉਹ ਅੱਗੇ ਚੱਲਦੇ ਹਨ। ਤਾਂ ਆਰਟੀਕਲ ਨੰਬਰ 7 ਦੇ ਵਿੱਚ ਆਪਣੇ ਕੋਲ ਆਉਂਦਾ ਜੀ ਆਰਡੀਨਰੀ ਬਿੱਲ, ਔਰ ਆਰਟੀਕਲ ਨੰਬਰ 8 ਦੇ ਵਿੱਚ ਆਪਣੇ ਕੋਲ ਹੁੰਦਾ ਜੀ ਜੁਆਇੰਟ ਸੈਸ਼ਨ। ਜੁਆਇੰਟ ਸੈਸ਼ਨ ਕੀ ਹੁੰਦਾ ਹੈ, ਅਗਰ ਕੋਈ ਵੀ ਬਿੱਲ ਜਿਹੜਾ ਹੈ, ਠੀਕ ਹੈ, ਰਾਜ ਸਭਾ ਦੁਆਰਾ ਭੇਜਿਆ ਗਿਆ ਜਾਂ ਫਿਰ ਲੋਕ ਸਭਾ ਦੇ ਦੁਆਰਾ ਰਾਜ ਸਭਾ ਵਿੱਚ ਭੇਜਿਆ ਗਿਆ, ਠੀਕ ਹੈ, ਤਾਂ ਉਸ ਬਿੱਲ 'ਤੇ ਕੋਈ ਵੀ ਸੁਣਵਾਈ ਨਹੀਂ ਹੋਈ, ਉਹ ਕਾਫੀ ਟਾਈਮ ਤੋਂ ਉਸੇ ਤਰੀਕੇ ਨਾਲ ਪਿਆ ਹੋਇਆ ਹੈ, ਤਾਂ ਉਸ ਸਮੇਂ ਕੀ ਕੀਤਾ ਜਾਂਦਾ ਹੈ, ਪ੍ਰੈਜ਼ੀਡੈਂਟ ਦੁਆਰਾ ਇੱਕ ਸੈਸ਼ਨ ਬੁਲਾਇਆ ਜਾਂਦਾ ਹੈ ਜਿਸ ਨੂੰ ਆਪਾਂ ਕਹਿੰਦੇ ਹਾਂ ਜੁਆਇੰਟ ਸੈਸ਼ਨ।
ठीक है, ਪ੍ਰੈਜ਼ੀਡੈਂਟ ਦੁਆਰਾ इसका सद्दा भेजा जाता है, ठीक है, समन भेजा जाता है कि इस सैशन ਨੂੰ शुरू ਕਰਨ ਦੇ ਲਈ। ਜਦੋਂ ਇਸ ਸੈਸ਼ਨ ਨੂੰ ਸ਼ੁਰੂ ਕੀਤਾ ਜਾਂਦਾ ਹੈ, ਠੀਕ ਹੈ, ਜੁਆਇੰਟ ਸੈਸ਼ਨ ਨੂੰ, ਤਾਂ ਜੁਆਇੰਟ ਸੈਸ਼ਨ ਜਿਹੜਾ ਸ਼ੁਰੂ ਕੌਣ ਕਰਦਾ ਹੈ, ਸ਼ੁਰੂਆਤ ਕੌਣ ਕਰਦਾ ਉਸਦੀ, ਉਸਨੂੰ ਪ੍ਰੈਜ਼ੀਡੈਂਟ ਜਿਹੜਾ ਹੈ ਸ਼ੁਰੂਆਤ ਕਰਦਾ ਹੈ ਉਸਦੀ। ਠੀਕ ਹੈ, ਅਗਰ ਪੁੱਛ ਲਈਏ ਕਿ ਜੁਆਇੰਟ ਸੈਸ਼ਨ ਦੀ ਸ਼ੁਰੂਆਤ ਕੌਣ ਕਰਦਾ ਹੈ, ਤਾਂ ਪ੍ਰੈਜ਼ੀਡੈਂਟ ਕਰਦਾ ਹੈ। ਤਾਂ ਉਹਦੇ ਵਿੱਚ ਕੌਣ ਕੌਣ ਸ਼ਾਮਿਲ ਹੁੰਦੇ ਹਨ, ਲੋਕ ਸਭਾ ਸ਼ਾਮਿਲ ਹੁੰਦੀ ਹੈ, ਰਾਜ ਸਭਾ ਸ਼ਾਮਿਲ ਹੁੰਦੀ ਹੈ ਅਤੇ ਪ੍ਰੈਜ਼ੀਡੈਂਟ ਸ਼ਾਮਿਲ ਹੁੰਦਾ। ਔਰ ਸ਼ੁਰੂ ਕਰਨ ਤੋਂ ਬਾਅਦ ਜਿਹੜਾ ਪ੍ਰੈਜ਼ੀਡੈਂਟ ਹੁੰਦਾ ਹੈ ਉਹ ਉੱਥੋਂ ਚਲਾ ਜਾਂਦਾ ਹੈ, ਔਰ ਉਸ ਤੋਂ ਬਾਅਦ ਜੋ ਹੈ ਉਸ ਸੈਸ਼ਨ ਦੀ ਪ੍ਰਧਾਨਗੀ ਕੌਣ ਕਰਦਾ ਹੈ ਜੀ, ਉਹ ਕਰਦਾ ਹੈ ਜੀ ਲੋਕ ਸਭਾ ਦਾ ਸਪੀਕਰ। ਲੋਕ ਸਭਾ ਦਾ ਸਪੀਕਰ ਜਿਹੜਾ ਹੁੰਦਾ ਹੈ ਉਹ ਉਸ ਜੁਆਇੰਟ ਸੈਸ਼ਨ ਦੀ ਪ੍ਰਧਾਨਗੀ ਕਰਦਾ ਹੈ। ਤਾਂ ਨੈਕਸਟ ਜੋ ਹੈ ਆਪਣੇ ਕੋਲ ਨੈਕਸਟ ਹੈ ਆਪਣੇ ਕੋਲ ਆਰਟੀਕਲ ਨੰਬਰ 109, ਜਿਹਦੇ ਵਿੱਚ ਲਿਖਿਆ ਹੋਇਆ ਆਪਣੇ ਕੋਲ ਪ੍ਰੋਸੈਸ ਆਫ ਮਨੀ ਬਿੱਲ। ਪ੍ਰੋਸੈਸ ਆਫ ਮਨੀ ਬਿੱਲ ਯਾਨੀ ਕਿ ਮਨੀ ਬਿੱਲ ਜਿਹੜਾ ਹੈ ਆਪਣੇ ਕੋਲ ਦੋ ਆਰਟੀਕਲਸ ਦੇ ਅੰਦਰ ਆਉਂਦਾ। ਇੱਕ ਤਾਂ ਹੈ ਆਰਟੀਕਲ ਨੰਬਰ 109 ਔਰ ਇੱਕ ਹੈ ਆਰਟੀਕਲ ਨੰਬਰ 110। 109 ਨੰਬਰ ਆਰਟੀਕਲ ਦੇ ਵਿੱਚ ਲਿਖੀ ਹੋਈ ਹੈ ਆਪਣੇ ਕੋਲ ਮਨੀ ਬਿੱਲ ਦੀ ਪ੍ਰੋਸੈਸ, ਮਤਲਬ ਕਿ ਪ੍ਰੋਸੈਸ ਯਾਨੀ ਕਿ ਬਿੱਲ ਜਿਹੜਾ ਹੈ ਉਹ ਕਿਸ ਕਿਸ ਤਰੀਕੇ ਨਾਲ ਅੱਗੇ ਚੱਲੇਗਾ ਔਰ ਪਾਸ ਹੋਵੇਗਾ। ਠੀਕ ਹੈ, ਔਰ ਆਰਟੀਕਲ ਨੰਬਰ 10 ਦੇ ਵਿੱਚ ਲਿਖੀ ਹੋਈ ਹੈ ਇਸਦੀ ਡੈਫੀਨੇਸ਼ਨ ਆਫ ਮਨੀ ਬਿੱਲ ਜਿਹੜੀ ਹੈ ਆਪਣੇ ਕੋਲ ਲਿਖੀ ਹੋਈ ਹੈ 110 ਨੰਬਰ ਆਰਟੀਕਲ ਦੇ ਅੰਦਰ। ਉਸ ਤੋਂ ਬਾਅਦ ਆਪਣੇ ਕੋਲ ਆਰਟੀਕਲ ਆ ਜਾਂਦਾ ਜੀ 112 ਨੰਬਰ। 112 ਨੰਬਰ ਆਰਟੀਕਲ ਦੇ ਵਿੱਚ ਆਪਣੇ ਕੋਲ ਆਉਂਦਾ ਐਨੂਅਲ ਫਾਈਨੈਂਸ਼ੀਅਲ ਬਜਟ। ਜਿਹੜੇ ਵੀ ਆਪਣੇ ਕੋਲ ਬਜਟਸ ਹੁੰਦੇ ਨੇ, ਠੀਕ ਹੈ, ਉਹ ਆਪਣੇ ਕੋਲ ਕਿਹਦੇ ਆਉਂਦੇ ਨੇ, ਉਹ ਆਪਣੇ ਕੋਲ ਕਿਹਦੇ ਵਿੱਚ ਆ ਜਾਂਦੇ ਨੇ, ਆਰਟੀਕਲ ਨੰਬਰ 112 ਦੇ ਅੰਦਰ। ਫਿਰ ਆਪਣੇ ਕੋਲ ਆਉਂਦਾ ਜੀ ਆਰਟੀਕਲ ਨੰਬਰ 117, ਜਿਹਦੇ ਵਿੱਚ ਆਪਾਂ ਨੂੰ ਦਿੱਤਾ ਹੋਇਆ ਫਾਈਨੈਂਸ਼ੀਅਲ ਬਿੱਲ। ਤਾਂ ਬਿੱਲ ਜਿਹੜੇ ਮੈਂ ਪਹਿਲਾਂ ਦੱਸੇ ਸੀ ਵੀ ਇਸ ਤਰੀਕੇ ਦੇ ਨਾਲ ਹੁੰਦੇ ਨੇ ਅਲੱਗ-ਅਲੱਗ ਬਿੱਲ। ਤਾਂ ਬਿੱਲ ਕਿਹੜੇ ਕਿਹੜੇ ਹੁੰਦੇ ਨੇ, ਇੱਕ ਆਪਣੇ ਕੋਲ ਆਰਡੀਨਰੀ ਬਿੱਲ ਹੋ ਗਿਆ, ਦੂਸਰਾ ਆਪਣੇ ਕੋਲ ਮਨੀ ਬਿੱਲ ਹੋ ਗਿਆ, ਤੀਸਰਾ ਆਪਣੇ ਕੋਲ ਫਾਈਨੈਂਸ਼ੀਅਲ ਬਿੱਲ ਹੋ ਗਿਆ, ਔਰ ਚੌਥਾ ਇੱਕ ਹੋਰ ਆਉਂਦਾ ਉਹ ਆਪਣੇ ਕੋਲ ਹੁੰਦਾ ਜੀ ਅਮੈਂਡਮੈਂਟ ਬਿੱਲ। ਉਸ ਨੂੰ ਆਪਾਂ ਅੱਗੇ ਜਾ ਕੇ ਪੜ੍ਹਾਂਗੇ ਕਿ ਕਿਹੜੇ ਆਰਟੀਕਲ ਦੇ ਅੰਦਰ ਉਹ ਵੀ ਆਉਂਦਾ ਹੈ। ਤਾਂ ਨੈਕਸਟ ਆਰਟੀਕਲ ਜੋ ਹੈ ਉਹ ਆਪਣੇ ਕੋਲ ਆਉਂਦਾ ਜੀ ਆਰਟੀਕਲ ਨੰਬਰ 123। 123 ਦੇ ਵਿੱਚ ਆਪਣੇ ਕੋਲ ਆਉਂਦਾ ਆਰਡੀਨੈਂਸ ਪਾਵਰ ਆਫ ਪ੍ਰੈਜ਼ੀਡੈਂਟ। ਤਾਂ ਪ੍ਰੈਜ਼ੀਡੈਂਟ ਕੋਲ ਜਿਹੜੀਆਂ ਹੁੰਦੀਆਂ ਨੇ ਉਹ ਆਰਡੀਨੈਂਸ ਪਾਵਰਸ ਜਿਹੜੀਆਂ ਨੇ ਉਹ ਹੁੰਦੀਆਂ ਹਨ, ਉਹ ਆਪਣੇ ਕੋਲ ਆਰਟੀਕਲ ਨੰਬਰ 123 ਦੇ ਵਿੱਚ ਲਿਖਿਆ ਹੋਇਆ ਹੈ। ਤਾਂ ਨੈਕਸਟ ਆਰਟੀਕਲ ਹੈ ਆਪਣੇ ਕੋਲ ਆਰਟੀਕਲ ਨੰਬਰ 124। ਤਾਂ ਆਰਟੀਕਲ ਨੰਬਰ 124 ਦੇ ਵਿੱਚ ਲਿਖਿਆ ਹੋਇਆ ਐਸਟੈਬਲਿਸ਼ਮੈਂਟ ਆਫ ਸੁਪਰੀਮ ਕੋਰਟ। ਐਸਟੈਬਲਿਸ਼ਮੈਂਟ ਆਫ ਸੁਪਰੀਮ ਕੋਰਟ ਮਤਲਬ ਕਿ ਸੁਪਰੀਮ ਕੋਰਟ ਦੀ ਐਸਟੈਬਲਿਸ਼ਮੈਂਟ ਜਦੋਂ ਵੀ ਸੁਪਰੀਮ ਕੋਰਟ ਜਿਹੜਾ ਸੀਗਾ ਉਹ ਕਿਹੜੇ ਆਰਟੀਕਲ ਦੇ ਅੰਦਰ ਆਉਂਦਾ, ਜਦੋਂ ਉਹ ਬਣਿਆ ਸੀ। ਠੀਕ ਹੈ, ਤਾਂ ਉਹ ਆਪਣੇ ਕੋਲ ਆਉਂਦਾ ਜੀ ਆਰਟੀਕਲ ਨੰਬਰ 124 ਦੇ ਅੰਦਰ। ਆਪਣੇ ਕੋਲ ਕੀ ਹੈ, ਆਰਟੀਕਲ ਨੰਬਰ 124 ਦੇ ਵਿੱਚ ਆਪਣੇ ਕੋਲ ਆਉਂਦੀ ਸੁਪਰੀਮ ਕੋਰਟ। ਸੁਪਰੀਮ ਕੋਰਟ ਜਿਹੜੀ ਹੈ ਆਪਣੇ ਕੋਲ ਆਰਟੀਕਲ ਨੰਬਰ 124 ਦੇ ਅੰਦਰ ਆਉਂਦੀ ਹੈ। ਤਾਂ ਨੈਕਸਟ ਆਰਟੀਕਲ ਜੋ ਹੈ ਉਹ ਆਪਣੇ ਕੋਲ ਹੈਗਾ ਜੀ ਆਰਟੀਕਲ ਨੰਬਰ 214 ਐਸਟੈਬਲਿਸ਼ਮੈਂਟ ਆਫ ਹਾਈ ਕੋਰਟ। ਪਿਛਲੇ ਆਪਾਂ ਪੜ੍ਹ ਕੇ ਆਏ, ਠੀਕ ਹੈ, ਕਿ ਆਰਟੀਕਲ ਨੰਬਰ ਜਿਹੜਾ ਸੀਗਾ ਆਪਣੇ ਕੋਲ ਸੁਪਰੀਮ ਕੋਰਟ, ਠੀਕ ਹੈ, ਜਿਹੜਾ ਸੀ ਸੁਪਰੀਮ ਕੋਰਟ। ਤਾਂ ਸੁਪਰੀਮ ਕੋਰਟ ਜਿਹੜਾ ਸੀਗਾ ਆਪਣੇ ਕੋਲ ਆਰਟੀਕਲ ਨੰਬਰ 124 ਦੇ ਵਿੱਚ ਆਉਂਦਾ। ਠੀਕ ਹੈ, ਔਰ ਜਿਹੜਾ ਆਪਣੇ ਕੋਲ ਹਾਈ ਕੋਰਟ ਹੈ ਉਹ ਆਪਣੇ ਕੋਲ ਆਰਟੀਕਲ ਨੰਬਰ 214 ਦੇ ਵਿੱਚ ਆਉਂਦਾ ਹੈ। ਇਸੇ ਤਰੀਕੇ ਨਾਲ ਨੈਕਸਟ ਜੋ ਹੈ ਆਪਣੇ ਕੋਲ ਆਰਟੀਕਲ ਉਹ ਹੈ ਆਰਟੀਕਲ ਨੰਬਰ 143। 143 ਦੇ ਵਿੱਚ ਹੁੰਦੀ ਹੈ ਜੀ ਐਡਵਾਈਜ਼ਰੀ ਜੂਰੀਡਿਕਸ਼ਨ। ਐਡਵਾਈਜ਼ਰੀ ਜੂਰੀਡਿਕਸ਼ਨ ਮਤਲਬ ਕਿ ਪ੍ਰੈਜ਼ੀਡੈਂਟ ਨੂੰ ਜਿਹੜਾ ਹੁੰਦਾ ਹੈ ਕਿਸੇ ਵੀ ਜੱਜ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੁਆਰਾ ਜਿਹੜੀ ਹੈ ਸਲਾਹ ਜਿਹੜੀ ਹੈ ਉਹ ਦਿੱਤੀ ਜਾ ਸਕਦੀ ਹੈ। ਐਡਵਾਈਜ਼ਰੀ ਜੂਰੀਡਿਕਸ਼ਨ ਯਾਨੀ ਕਿ ਸੁਪਰੀਮ ਕੋਰਟ ਦੁਆਰਾ ਜਿਹੜੀ ਹੈ ਪ੍ਰੈਜ਼ੀਡੈਂਟ ਨੂੰ ਕੋਈ ਵੀ ਸਲਾਹ ਦਿੱਤੀ ਜਾ ਸਕਦੀ ਹੈ, ਔਰ ਸਲਾਹ ਨੂੰ ਪ੍ਰੈਜ਼ੀਡੈਂਟ ਮੰਨੇ ਜਾਂ ਨਾ ਮੰਨੇ ਉਸ ਦੀ ਮਰਜ਼ੀ ਹੈ। ਬਟ ਆਰਟੀਕਲ ਨੰਬਰ 143 ਵਿੱਚ ਲਿਖਿਆ ਹੋਇਆ ਹੈ ਕਿ ਜਿਹੜੀ ਐਡਵਾਈਜ਼ਰੀ ਹੈ, ਠੀਕ ਹੈ, ਜੂਰੀਡਿਕਸ਼ਨ ਹੈ, ਮਤਲਬ ਕਿ ਜਿਹੜਾ ਵੀ ਆਪਣੇ ਕੋਲ ਜਸਟਿਸ ਯਾਨੀ ਕਿ ਹਾਈ ਕੋਰਟ ਹੋ ਗਿਆ, ਸੁਪਰੀਮ ਕੋਰਟ ਹੋ ਗਿਆ, ਤਾਂ ਉਹਨਾਂ ਦੁਆਰਾ ਕੀ ਹੈਗੀ ਹੈ ਪ੍ਰੈਜ਼ੀਡੈਂਟ ਨੂੰ ਸਲਾਹ ਜਿਹੜੀ ਹੈ ਦਿੱਤੀ ਜਾ ਸਕਦੀ ਹੈ। ਫਿਰ ਆਉਂਦਾ ਹੈ ਆਪਣੇ ਕੋਲ ਆਰਟੀਕਲ ਨੰਬਰ 153। ਆਰਟੀਕਲ ਨੰਬਰ 153 ਦੇ ਵਿੱਚ ਆਪਣੇ ਕੋਲ ਆਉਂਦਾ ਗਵਰਨਰ ਆਫ ਸਟੇਟ, ਮਤਲਬ ਕਿ ਭਾਰਤ ਦਾ ਇੱਕ ਗਵਰਨਰ ਹੁੰਦਾ ਹੈ। ਠੀਕ ਹੈ, ਗਵਰਨਰ ਯਾਨੀ ਕਿ ਰਾਜਪਾਲ ਯਾਨੀ ਕਿ ਜਿਹੜੇ ਵੀ ਸਟੇਟ ਦੇ ਮੁਖੀ ਹੁੰਦੇ ਨੇ, ਤਾਂ ਉਹ ਆਪਣੇ ਕੋਲ ਆ ਜਾਂਦੇ ਨੇ ਜੀ ਆਰਟੀਕਲ ਨੰਬਰ 153 ਦੇ ਅੰਦਰ। ਨੈਕਸਟ ਹੈ ਆਪਣੇ ਕੋਲ ਆਰਟੀਕਲ ਨੰਬਰ 165, ਜਿਹਦੇ ਵਿੱਚ ਆਪਣੇ ਕੋਲ ਆਉਂਦਾ ਐਡਵੋਕੇਟ ਜਨਰਲ ਆਫ ਸਟੇਟ। ਤਾਂ ਆਪਾਂ ਪਿੱਛੇ ਪੜ੍ਹ ਕੇ ਆਏ ਸੀ ਅਟਾਰਨੀ ਜਨਰਲ ਆਫ ਇੰਡੀਆ। ਤਾਂ ਅਟਾਰਨੀ ਜਨਰਲ ਆਫ ਇੰਡੀਆ ਜਿਹੜਾ ਸੀਗਾ ਉਹ ਆਪਣੇ ਕੋਲ ਹਾਈਐਸਟ ਲਾਅ ਆਫਿਸਰ ਸੀ ਇੰਡੀਆ ਦਾ। ਠੀਕ ਹੈ, ਔਰ ਇਹ ਹੈ ਆਪਣੇ ਕੋਲ ਐਡਵੋਕੇਟ ਜਨਰਲ ਆਫ ਸਟੇਟ ਯਾਨੀ ਕਿ ਸਟੇਟ ਦਾ ਹਾਈਐਸਟ ਲਾਅ ਆਫਿਸਰ, ਜਿਸ ਨੂੰ ਅਪੋਇੰਟ ਕੌਣ ਕਰਦਾ ਹੈ ਜੀ। ਆਪਾਂ ਦੇਖਿਆ ਸੀਗਾ ਕਿ ਅਟਾਰਨੀ ਜਨਰਲ ਨੂੰ ਅਪੋਇੰਟ ਕੌਣ ਕਰਦਾ ਸੀਗਾ, ਪ੍ਰੈਜ਼ੀਡੈਂਟ ਅਪੋਇੰਟ ਕਰਦਾ ਸੀ, ਕਿਉਂਕਿ ਉਹ ਸੈਂਟਰਲ ਲੈਵਲ ਦਾ ਸੀ। ਔਰ ਇੱਥੇ ਹੈ ਆਪਣੇ ਕੋਲ ਐਡਵੋਕੇਟ ਜਨਰਲ ਆਫ ਸਟੇਟ, ਜਿਹੜਾ ਕਿ ਸਟੇਟ ਦਾ ਹਾਈਐਸਟ ਲਾਅ ਆਫਿਸਰ ਹੈ। ਇਸ ਨੂੰ ਕੌਣ ਅਪੋਇੰਟ ਕਰਦਾ ਹੈ, ਇਸ ਨੂੰ ਅਪੋਇੰਟ ਕਰਦਾ ਹੈ ਜੀ ਗਵਰਨਰ। ਇਸ ਨੂੰ ਅਪੋਇੰਟ ਕਰਦਾ ਹੈ ਗਵਰਨਰ। ਤਾਂ ਨੈਕਸਟ ਹੈ ਆਪਣੇ ਕੋਲ ਆਰਟੀਕਲ ਨੰਬਰ 243, ਜਿਹਦੇ ਵਿੱਚ ਆਪਣੇ ਕੋਲ ਆਉਂਦਾ ਪੰਚਾਇਤੀ। ਤਾਂ ਨੈਕਸਟ ਸਲਾਈਡ 'ਤੇ ਚੱਲਦੇ ਹਾਂ।
ਤਾਂ ਨੈਕਸਟ ਹੈ ਆਪਣੇ ਕੋਲ ਆਰਟੀਕਲ ਨੰਬਰ 266 ਜਿਹਦੇ ਵਿੱਚ ਲਿਖਿਆ ਹੋਇਆ ਹੈ ਕੰਸੋਲੀਡੇਟਡ ਫੰਡ ਆਫ ਇੰਡੀਆ। ਤਾਂ ਕੰਸੋਲੀਡੇਟਡ ਫੰਡ ਜਿਹੜੇ ਹੁੰਦੇ ਨੇ ਇਹ ਆਪਣੇ ਕੋਲ ਕਿਹਦੇ ਅੰਦਰ ਹੁੰਦੇ ਨੇ, ਇਹ ਆਪਣੇ ਕੋਲ ਹੁੰਦੇ ਜੀ ਆਰਟੀਕਲ ਨੰਬਰ 266 ਦੇ ਅੰਦਰ ਹੁੰਦੇ ਹਨ। ਔਰ ਨੈਕਸਟ ਆਪਣੇ ਕੋਲ ਹੈ ਆਰਟੀਕਲ ਨੰਬਰ 267। ਆਰਟੀਕਲ ਨੰਬਰ 267 ਜਿਹੜਾ ਹੈ ਇਸ ਦੇ ਵਿੱਚ ਆਪਣੇ ਕੋਲ ਲਿਖੀ ਹੋਇਆ ਹੈ ਕੰਟੀਜੈਂਸੀ ਫੰਡ ਆਫ ਇੰਡੀਆ। ਕੰਟੀਜੈਂਸੀ ਫੰਡ ਆਫ ਇੰਡੀਆ, ਜਿਹੜੇ ਵੀ ਕੰਟੀਜੈਂਸੀ ਫੰਡ ਹੁੰਦੇ ਨੇ ਉਹ ਆਪਣੇ ਕੋਲ ਲਿਖੇ ਹੁੰਦੇ ਆ 267 ਨੰਬਰ ਆਰਟੀਕਲ ਦੇ ਅੰਦਰ। 267 ਨੰਬਰ ਆਰਟੀਕਲ ਦੇ ਵਿੱਚ ਆਪਣੇ ਕੋਲ ਆਉਂਦੇ ਕੰਟੀਜੈਂਸੀ ਫੰਡ ਆਫ ਇੰਡੀਆ। ਤਾਂ ਨੈਕਸਟ ਹੈ ਜੋ ਆਪਣੇ ਕੋਲੇ ਉਹ ਹੈ ਆਰਟੀਕਲ ਨੰਬਰ 324 ਜਿਹਦੇ ਵਿੱਚ ਆਪਣੇ ਕੋਲ ਆਉਂਦੀ ਹੈ ਇਲੈਕਸ਼ਨ ਕਮਿਸ਼ਨ, ਯਾਨੀ ਕਿ ਜਿਸ ਦੇ ਦੁਆਰਾ ਇਲੈਕਸ਼ਨਸ ਕਰਵਾਏ ਜਾਂਦੇ ਨੇ। ਇਲੈਕਸ਼ਨ ਕਮਿਸ਼ਨ ਜਿਸ ਦੀ ਸਥਾਪਨਾ ਕਦੋਂ ਕੀਤੀ ਗਈ ਸੀ, ਇਸ ਦੀ ਸਥਾਪਨਾ ਕੀਤੀ ਗਈ ਸੀ 25 ਜਨਵਰੀ 1950 ਦੇ ਵਿੱਚ। 25 ਜਨਵਰੀ 1950 ਦੇ ਵਿੱਚ ਇਲੈਕਸ਼ਨ ਕਮਿਸ਼ਨ ਦੀ ਸਥਾਪਨਾ ਕੀਤੀ ਗਈ ਸੀ। ਭਾਰਤ ਦਾ ਸੰਵਿਧਾਨ ਜਿਹੜਾ ਹੈ 26 ਜਨਵਰੀ 1950 ਨੂੰ ਲਾਗੂ ਹੋਇਆ ਸੀ ਔਰ ਉਸ ਦੇ ਲਾਗੂ ਹੋਣ ਤੋਂ ਇੱਕ ਦਿਨ ਪਹਿਲਾਂ ਹੀ ਜਿਹੜੀ ਸੀਗੀ 25 ਜਨਵਰੀ ਨੂੰ ਇਲੈਕਸ਼ਨ ਕਮਿਸ਼ਨ ਦੀ ਸਥਾਪਨਾ ਕੀਤੀ ਜਾਂਦੀ ਹੈ, ਠੀਕ ਹੈ, ਜਿਸ ਨੂੰ ਆਪਾਂ ਇੰਡੀਅਨ ਨੈਸ਼ਨਲ ਵੋਟਰਸ ਡੇ ਦੇ ਨਾਲ ਮਨਾਉਂਦੇ ਹਾਂ। ਤਾਂ ਨੈਕਸਟ ਹੈ ਜੋ ਆਪਣੇ ਕੋਲ ਆਰਟੀਕਲ ਉਹ ਆਪਣੇ ਕੋਲ ਆਉਂਦਾ ਜੀ ਆਰਟੀਕਲ ਨੰਬਰ 343 ਜਿਹਦੇ ਵਿੱਚ ਲਿਖਿਆ ਹੋਈਆਂ ਨੇ ਓਫੀਸ਼ੀਅਲ ਲੈਂਗੁਏਜਸ ਆਫ ਯੂਨੀਅਨ ਮਾਨੇ ਕਿ ਇੰਡੀਆ, ਠੀਕ ਹੈ। ਤਾਂ ਆਪਣੇ ਇੰਡੀਆ ਦੀਆਂ ਜਿੰਨੀਆਂ ਵੀ ਓਫੀਸ਼ੀਅਲ ਲੈਂਗੁਏਜਸ ਨੇ ਉਹ ਸਾਰੀਆਂ ਕਿਹਦੇ ਵਿੱਚ ਲਿਖੀਆਂ ਹੋਈਆਂ ਨੇ ਆਰਟੀਕਲ ਨੰਬਰ 143 ਦੇ ਅੰਦਰ। ਤਾਂ ਪਹਿਲਾਂ ਆਪਣੇ ਕੋਲ 14 ਜਿਹੜੀਆਂ ਸੀਗੀਆਂ ਓਫੀਸ਼ੀਅਲ ਲੈਂਗੁਏਜਸ ਸੀ ਜਿਹੜੀਆਂ ਕਿ ਹੁਣ 22 ਹੋ ਚੁੱਕੀਆਂ ਹਨ ਔਰ ਬਾਕੀ ਦੀਆਂ ਜਿਹੜੀਆਂ ਲੈਂਗੁਏਜ ਨੇ 14 ਤੋਂ 22 ਹੋਈਆਂ ਔਰ ਕਿਹੜੀ ਲੈਂਗੁਏਜ ਕਿਹੜੇ ਸਮੇਂ 'ਤੇ ਐਡ ਕੀਤੀ ਗਈ, ਠੀਕ ਹੈ, ਕਿਹੜੀ ਅਮੈਂਡਮੈਂਟ ਦੇ ਤਹਿਤ ਉਹ ਐਡ ਕੀਤੀ ਗਈ। ਤਾਂ ਉਹ ਸਾਰੀਆਂ ਲੈਂਗੁਏਜਸ ਔਰ ਹੋਰ ਵੀ ਕਈ ਚੀਜ਼ਾਂ ਜਿਹੜੀਆਂ ਵੀ ਸੰਵਿਧਾਨ ਦੇ ਵਿੱਚ ਕੁਛ ਵੀ ਅਮੈਂਡਮੈਂਟ ਕਰਕੇ ਐਡ ਕੀਤਾ ਗਿਆ ਹੈ ਤਾਂ ਉਹਨਾਂ ਸਾਰੀਆਂ ਦੇ ਨਾਲ ਰਿਲੇਟਡ ਇੱਕ ਅਲੱਗ ਤੋਂ ਵੀਡੀਓ ਜੋ ਹੈ ਅਮੈਂਡਮੈਂਟਸ ਦੀ, ਠੀਕ ਹੈ, ਟੌਪ 20 ਅਮੈਂਡਮੈਂਟਸ ਦੀ ਇੱਕ ਵੀਡੀਓ ਜੋ ਹੈ ਮੈਂ ਬਣਾਈ ਸੀ, ਠੀਕ ਹੈ। ਤਾਂ ਉਹ ਜੋ ਹੈ ਡਿਸਕ੍ਰਿਪਸ਼ਨ ਦੇ ਵਿੱਚ ਉਹਦਾ ਲਿੰਕ ਦਿੱਤਾ ਹੋਏਗਾ, ਜੇ ਅਗਰ ਤੁਸੀਂ ਉਸ ਨੂੰ ਦੇਖਣਾ ਚਾਹੁੰਦੇ ਹੋ, ਠੀਕ ਹੈ, ਕਿ ਕੌਣ ਸੇ ਕਿਹੜੀਆਂ ਅਮੈਂਡਮੈਂਟਸ ਜਿਹੜੀਆਂ ਸੀ ਟੌਪ 20 ਸੀਗੀਆਂ ਜਿਹੜੀਆਂ ਕਿ ਮੋਸਟ ਇੰਪੋਰਟੈਂਟ ਹੁੰਦੀਆਂ ਨੇ, ਪੇਪਰ ਦੇ ਵਿੱਚ ਆਉਣ ਦੇ ਬਹੁਤ ਹੀ ਜ਼ਿਆਦਾ ਚਾਂਸਿਸ ਹੁੰਦੇ ਨੇ ਤੇ ਉਹਨਾਂ ਦੇ, ਠੀਕ ਹੈ, ਉਹਨਾਂ ਦੀ ਮੈਂ ਵੀਡੀਓ ਬਣਾਈ ਹੋਈ ਆ ਔਰ ਉਸ ਦਾ ਲਿੰਕ ਜੋ ਹੈ ਡਿਸਕ੍ਰਿਪਸ਼ਨ ਦੇ ਵਿੱਚ ਦੇਵਾਂਗਾ, ਠੀਕ ਹੈ। ਤਾਂ ਉੱਥੋਂ ਜਾ ਕੇ ਤੁਸੀਂ ਉਸ ਨੂੰ ਰੀਡ ਕਰ ਸਕਦੇ ਹੋ, ਦੇਖ ਸਕਦੇ ਹੋ। ਤਾਂ ਨੈਕਸਟ ਆਰਟੀਕਲ ਜੋ ਹੈ ਆਪਣੇ ਕੋਲ ਆ ਜਾਂਦਾ ਜੀ ਆਰਟੀਕਲ ਨੰਬਰ 352 ਜਿਹਦੇ ਵਿੱਚ ਆਪਣੇ ਕੋਲ ਆਉਂਦੀ ਹੈ ਜੀ ਨੈਸ਼ਨਲ ਐਮਰਜੈਂਸੀ ਯਾਨੀ ਕਿ ਜਦੋਂ ਕੋਈ ਵੀ ਇੰਡੀਆ ਦੇ ਉੱਪਰ ਕੋਈ ਵੀ ਖਤਰਾ ਹੋਵੇ ਜਾਂ ਵਾਰ ਲੱਗਣੀ ਹੋਵੇ ਜਾਂ ਇਸ ਤਰੀਕੇ ਨਾਲ ਕੁਛ ਵੀ ਹੋਵੇ ਤਾਂ ਉਸ ਸਮੇਂ 'ਤੇ ਕੀ ਹੁੰਦਾ ਹੈ, ਨੈਸ਼ਨਲ ਐਮਰਜੈਂਸੀ ਜਿਹੜੀ ਹੈ ਉਹ ਲੱਗ ਸਕਦੀ ਹੈ। ਤੇ ਨੈਕਸਟ ਆਰਟੀਕਲ ਹੈ ਆਪਣੇ ਕੋਲ ਆਰਟੀਕਲ ਨੰਬਰ 356। ਆਰਟੀਕਲ ਨੰਬਰ 56 ਦੇ ਵਿੱਚ ਆਪਣੇ ਕੋਲ ਲਿਖੀ ਹੋਈ ਹੈ ਸਟੇਟ ਐਮਰਜੈਂਸੀ ਜਿਹੜੀ ਵੀ ਕਿਸੇ ਸਟੇਟ 'ਤੇ ਲੱਗਦੀ ਹੈ, ਅਗਰ ਕੋਈ ਵੀ ਜਿਹੜੀ ਸਟੇਟ ਹੈ ਉਹ ਸੈਂਟਰ ਦੀ ਗੱਲ ਨਹੀਂ ਮੰਨਦੀ, ਠੀਕ ਹੈ, ਜਾਂ ਫਿਰ ਉੱਥੋਂ ਦੇ ਜਿਹੜੇ ਕੀ ਹੁੰਦਾ ਜਿਹੜਾ ਵੀ ਆਪਣੇ ਕੋਲ ਉੱਥੋਂ ਦਾ ਮੁੱਖ ਮੰਤਰੀ ਹੁੰਦਾ ਹੈ ਉਸਨੂੰ ਉਸਦੇ ਅਹੁਦੇ ਤੋਂ ਹਟਾ ਦਿੱਤਾ ਜਾਂਦਾ ਹੈ ਜਾਂ ਫਿਰ ਉਹ ਕੰਮ ਨਹੀਂ ਕਰਦਾ ਹੈ ਤਾਂ ਉਸ ਸਮੇਂ 'ਤੇ ਕੀ ਹੁੰਦਾ ਪ੍ਰੈਜ਼ੀਡੈਂਟ ਰੂਲ ਲੱਗਦਾ ਹੈ। ਤਾਂ ਇਸੇ ਸਟੇਟ ਐਮਰਜੈਂਸੀ ਨੂੰ ਆਪਾਂ ਪ੍ਰੈਜ਼ੀਡੈਂਟ ਰੂਲ ਵੀ ਕਹਿੰਦੇ ਹਾਂ ਕਿ ਜਦੋਂ ਵੀ ਕੋਈ ਇਸ ਤਰੀਕੇ ਨਾਲ ਹੁੰਦਾ ਹੈ ਤਾਂ ਉਸ ਸਮੇਂ 'ਤੇ ਕੀ ਕਰਦਾ ਹੈ, ਉਸ ਸਟੇਟ ਨੂੰ ਪ੍ਰੈਜ਼ੀਡੈਂਟ ਖੁਦ ਰੂਲ ਕਰਦਾ ਹੈ। ਨੈਕਸਟ ਹੈ ਆਪਣੇ ਕੋਲ ਆਰਟੀਕਲ ਨੰਬਰ 360। ਆਰਟੀਕਲ ਨੰਬਰ 360 ਦੇ ਵਿੱਚ ਆਉਂਦੀ ਹੈ ਆਪਣੇ ਕੋਲ ਫਾਈਨੈਂਸ਼ੀਅਲ ਐਮਰਜੈਂਸੀ, ਮਤਲਬ ਕਿ ਫਾਈਨੈਂਸ ਦੇ ਸੰਬੰਧਿਤ ਐਮਰਜੈਂਸੀ ਜਿਹੜੀ ਕੋਈ ਲੱਗਣੀ, ਤਾਂ ਇਹ ਅਜੇ ਤੱਕ ਆਪਣੇ ਭਾਰਤ ਦੇ ਵਿੱਚ ਅਜੇ ਤੱਕ ਕਦੇ ਵੀ ਨਹੀਂ ਲੱਗੀ। ਨੈਸ਼ਨਲ ਐਮਰਜੈਂਸੀ ਹੈ ਹੁਣ ਤੱਕ 3 ਵਾਰ ਲੱਗ ਚੁੱਕੀ ਹੈ ਔਰ ਸਟੇਟ ਐਮਰਜੈਂਸੀ ਜਿਹੜੀ ਹੈਗੀ ਹੈ ਇਹ ਆਪਣੇ ਕੋਲ ਮਣੀਪੁਰ ਦੇ ਵਿੱਚ 10 ਵਾਰ, ਬਿਹਾਰ ਦੇ ਵਿੱਚ 9 ਵਾਰ ਔਰ ਪੰਜਾਬ ਦੇ ਵਿੱਚ 8 ਵਾਰ ਲੱਗ ਚੁੱਕੀ ਹੈ। ਆਰਟੀਕਲ ਨੰਬਰ 368। ਤਾਂ ਆਰਟੀਕਲ ਨੰਬਰ 368 ਦੇ ਵਿੱਚ ਆਪਣੇ ਕੋਲ ਆਉਂਦਾ ਜੀ ਅਮੈਂਡਮੈਂਟ ਬਿੱਲ ਜਿਹੜੀਆਂ ਵੀ ਕਿਸੇ ਸੰਵਿਧਾਨ ਦੇ ਵਿੱਚ ਅਮੈਂਡਮੈਂਟਸ ਕਰਨੀਆਂ ਹੁੰਦੀਆਂ ਨੇ, ਠੀਕ ਹੈ, ਤਾਂ ਉਸ ਨੂੰ ਕੀ ਹੁੰਦਾ ਹੈ, ਉਸ ਨੂੰ ਜਿਹੜਾ ਹੁੰਦਾ ਹੈ ਅਮੈਂਡਮੈਂਟਸ ਜਿਹੜੀ ਕਰਨੀ ਹੁੰਦੀ, ਕੁਛ ਵੀ ਐਡ ਕਰਨਾ ਹੁੰਦਾ ਤਾਂ ਆਪਣੇ ਕੋਲ 368 ਨੰਬਰ ਆਰਟੀਕਲ ਦੇ ਵਿੱਚ ਆਉਂਦਾ ਹੈ।